प्यार भरी सत श्री अकाल। जस्ट ट्यूटर चैनल ते तुहाडा सारिਆਂ ਦਾ स्वागत है। ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ 10th ਕਲਾਸ ਦਾ ਮੈਥ ਦਾ ਇੰਪੋਰਟੈਂਟ ਸੈਂਪਲ ਪੇਪਰ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦਾ ਕਿ ਇਸ ਚੈਨਲ ਦੇ ਉੱਤੇ 9th ਐਂਡ 10th ਕਲਾਸ ਦੀਆਂ ਮੈਥ ਸਬਜੈਕਟ ਦੀ ਪੇਡ ਕਲਾਸ ਜਿਹੜੀ ਹੈ ਗੂਗਲ ਮੀਟ ਤੇ ਜਿਹੜੀ ਸਟਾਰਟ ਕੀਤੀ ਜਾ ਰਹੀ ਹੈ। 1 ਸਤੰਬਰ ਤੋਂ ਜਿਹੜੀ ਕਲਾਸਾਂ ਜਿਹੜੀ ਹੈ ਸਟਾਰਟ ਕੀਤੀਆਂ ਜਾ ਰਹੀਆਂ। टाइमिंग होएगा ਜਿਹੜਾ ਤੁਹਾਡਾ ਇਹਦਾ 7:45 ਤੋਂ ਲੈ ਕੇ 8:45 ਤੱਕ ਈਵਨਿੰਗ ਸ਼ਾਮ ਨੂੰ। ਟਾਈਮ ਜਿਹੜਾ ਅਕੋਰਡਿੰਗ ਟੂ ਚੇਂਜ ਵੀ ਹੋ ਸਕਦਾ ਕਿਉਂਕਿ ਜਿਵੇਂ ਫਰਜ਼ ਕਰੋ ਜਿਸ ਦਿਨ ਤੁਹਾਡੀ ਕੋਈ ਛੁੱਟੀ ਹੋਈ ਉਸ ਦੀ ਜਿਹੜੀ ਕਲਾਸ ਜਿਹੜੀ ਆ ਮਾਰਨਿੰਗ ਵੀ ਲਈ ਜਾ ਸਕਦੀ ਹੈ। ਇਸ ਕਰਕੇ ਜਿਹੜਾ ਟਾਈਮ ਜਿਹੜਾ ਹੈ ਫਿਕਸ ਨਹੀਂ ਰਹੂਗਾ। 9th ਕਲਾਸ ਵਾਲਿਆਂ ਲਈ ਜਿਹੜੀ ਫੀਸ ਰੱਖੀ ਹੈ ਅਸੀਂ ਉਹ 700 ਰੁਪਏ ਤੋਂ ਕੱਟ ਕੇ ਅਸੀਂ ਆਫਰ ਲਗਾਇਆ ਜਿਹੜਾ ਓਨਲੀ 349 ਰੁਪੀਸ ਜਿਹੜਾ ਅਸੀਂ ਆਫਰ ਦੇ ਵਿੱਚ ਰੱਖਿਆ ਕਿ ਇਸ ਸਤੰਬਰ ਦੇ ਵਿੱਚ ਜਿਹੜੇ ਵੀ ਸਟੂਡੈਂਟ ਜੁਆਇਨ ਹੋਣਗੇ ਉਹਨਾਂ ਨੂੰ ਮਤਲਬ ਕਿ ਸਿਰਫ 349 ਹੀ ਜਿਹੜਾ ਪੇ ਕਰਨਾ ਹੋਊਗਾ 9th ਕਲਾਸ ਦੇ ਲਈ। ਸੋ ਇਸੇ ਤਰੀਕੇ ਨਾਲ ਜਿਹੜੀ 10th ਦੀ ਕਲਾਸ ਦੀ ਫੀਸ ਹੈ ਮੇਰੀ ਵੈਸੇ 900 ਹੈ ਮੈਥ ਸਬਜੈਕਟ ਦੀ, ਪਰ ਉਸ ਨੂੰ ਅਸੀਂ ਕੱਟ ਕੇ ਆਨਲਾਈਨ ਦੇ ਲਈ ਅਸੀਂ सिर्फ 449 यानी 450 रुपीस जेडे आ सिर्फ ਇਹਦੇ ਅਸੀਂ ਰੱਖੇ ਆ। ਇੰਨਾ ਲੈਸ ਮੈਂ ਸਿਰਫ ਇਸ ਕਰਕੇ ਦਿੱਤਾ ਕਿਉਂਕਿ ਮੈਂ ਚਾਹੁੰਦਾ ਵੀ ਕੋਈ ਵੀ ਸਟੂਡੈਂਟ ਜਿਹੜਾ ਉਹ ਸਿਰਫ ਇੱਕ ਪੈਸਾ ਕਰਕੇ ਪੜਨ ਤੋਂ ਨਾ ਰਹਿ ਜੇ, ਕਿਉਂਕਿ ਇਸ ਲਈ ਨਾਰਮਲ ਜੀ ਜਿਹੜੀ ਫੀਸ ਹੈ ਸਿਰਫ ਇਸ ਕਰਕੇ ਰੱਖੀ ਕਿਉਂਕਿ ਜਦੋਂ ਅਸੀਂ ਥੋੜੀ ਜਿਹੀ ਮਨੀ ਪੇ ਕੀਤੀ ਹੁੰਦੀ ਆ ਤਾਂ ਫਿਰ ਸਾਨੂੰ ਫੀਲ ਹੁੰਦਾ ਕਿ ਜਿਹੜੀ ਅਸੀਂ ਪੈਸੇ ਪੇ ਕੀਤੇ ਨੇ ਫਿਰ ਅਸੀਂ ਕਲਾਸ ਜਿਹੜੀ ਉਹ ਡੇਲੀ ਲਗਾਣੀ ਆ। नहीं तो फिर मतलब कि YouTube ਤੇ ਕੀ ਹੁੰਦਾ ਕਿ ਕਲਾਸ ਜਿਹੜੀ ਹੈ ਕਦੇ ਕਿਸ ਨੇ ਲਗਾ ਲਈ ਜਾਂ ਕਦੇ ਕਿਸ ਨੇ ਨਹੀਂ ਲਗਾ ਲਈ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਜਿਹੜੀ ਕਲਾਸ ਜਿਹੜੀ ਆ ਉਹ ਰੈਗੂਲਰ ਚੱਲੇ, ਚਾਹੇ ਮੇਰੇ ਕੋਲ ਉਹਦੇ ਵਿੱਚ 10 ਸਟੂਡੈਂਟ ਹੀ ਬਹਿਣ ਪਰ ਫਿਰ ਵੀ ਜਿਹੜੀ ਕਲਾਸ ਹੈ ਉਹ ਮੇਰੀ ਰੈਗੂਲਰ ਚੱਲੇ। ਰੈਗੂਲਰ ਜਿਹੜੇ ਸਟੂਡੈਂਟ ਉੱਥੇ ਬੈਠਣ ਉਹ ਰੈਗੂਲਰ ਜਿਹੜੀ ਤਿਆਰੀ ਕਰਨ ਤਾਂ ਜੋ ਮਤਲਬ ਕਿ ਉਹਨਾਂ ਦਾ ਨੰਬਰ ਜਿਹੜਾ ਹੈਗਾ ਉਹ ਮੈਰਿਟ ਦੇ ਵਿੱਚ ਆਵੇ। ਕਿਉਂਕਿ ਮੇਰਾ ਸਿਰਫ ਤੁਹਾਨੂੰ ਕਰਾਉਣ ਦਾ ਸਿਰਫ ਸਤੰਬਰ ਐਗਜ਼ਾਮ ਦਾ ਹੀ ਕਰਾਉਣ ਦਾ ਮਤਲਬ ਨਹੀਂ ਹੈਗਾ। ਮੇਰਾ ਜਿਹੜਾ ਹੈਗਾ ਤੁਹਾਨੂੰ ਫਾਈਨਲ ਐਗਜ਼ਾਮ ਤੱਕ ਤੁਹਾਡੀ ਇਸ ਤਰੀਕੇ ਦੀ ਤਿਆਰੀ ਕਰਵਾਉਣਾ ਹੈ ਕਿ ਤੁਹਾਡਾ ਜਿਹੜਾ ਹਰੇਕ ਦਾ ਨੰਬਰ ਹੈ ਉਹ ਮੈਰਿਟ ਦੇ ਵਿੱਚ ਆਵੇ। ਮੇਰੇ ਵੱਲੋਂ ਕੋਸ਼ਿਸ਼ ਹੋਊਗੀ ਕਿ ਜਿਸ ਨੂੰ ਮੈਥ ਜਿਹੜਾ ਸਮਝ ਨਹੀਂ ਆਉਂਦਾ ਉਸ ਨੂੰ ਚੰਗੀ ਤਰ੍ਹਾਂ ਜਿਹੜਾ ਮੈਥ ਆ ਸਮਝਾ ਦਿੱਤਾ ਜਾਵੇ ਤਾਂ ਜੋ ਉਹਨੂੰ ਫਿਊਚਰ ਦੇ ਵਿੱਚ ਜਾ ਕੇ ਕੋਈ ਵੀ ਜਿਹੜੀ ਪ੍ਰੋਬਲਮ ਜਿਹੜੀ ਆ ਨਾ ਆਵੇ। ਸੋ ਇਸੇ ਕਰਕੇ ਅਸੀਂ ਜਿਹੜੀ ਆ ਨਾਰਮਲ ਜਿਹੜੀ ਆ ਫੀਸ ਉਹ ਰੱਖੀ ਆ 9th ਕਲਾਸ ਦੇ ਲਈ ਓਨਲੀ 350 ਰੁਪੀਸ ਐਂਡ 10th ਕਲਾਸ ਦੇ ਸਿਰਫ 450 ਰੁਪਏ। 9th ਕਲਾਸ ਦਾ ਜਿਹੜਾ ਟਾਈਮ ਹੋਊਗਾ ਉਹ 6:45 ਤੋਂ ਲੈ ਕੇ 7:45 ਜਿਹੜਾ ਇਹਨਾਂ ਦਾ ਟਾਈਮ ਹੋਊਗਾ। ਇਸ ਨੂੰ ਜੁਆਇਨ ਕਰਨ ਦੇ ਲਈ ਮੇਰਾ ਇੱਕ WhatsApp ਦਾ ਗਰੁੱਪ ਬਣਾਇਆ ਮੈਂ, ਉਹਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਤੁਸੀਂ ਆਪਣੀ ਕਲਾਸ ਦੇ ਅਕੋਰਡਿੰਗ ਜਿਹੜਾ ਉਹ ਗਰੁੱਪ ਜਿਹੜਾ ਹੈਗਾ ਜੁਆਇਨ ਕਰ ਸਕਦੇ ਹੋ ਤੇ ਉਹਦੇ ਵਿੱਚ ਇੱਕ ਸਕੈਨਰ ਹੋਊਗਾ। ਸਕੈਨਰ ਤੋਂ ਤੁਸੀਂ ਪੇ ਕਰਕੇ ਮੈਨੂੰ ਤੁਸੀਂ ਸਕਰੀਨਸ਼ਾਟ ਭੇਜਣਾ ਉਹ ਦੈਨ ਜਿਹੜੀ ਕਲਾਸ ਜਿਹੜੀ ਹੈ ਤੁਹਾਡੀ ਫਿਰ ਉਹ ਸਟਾਰਟ ਹੋ ਜਾਏਗੀ। ਸਪੋਰਟ ਐਟ ਜੇ ਵੀਡੀਓ ਜਿਹੜੀ ਹੈ ਕੋਈ ਸਟੂਡੈਂਟ ਜਿਹੜਾ ਲੇਟ ਵੀ ਦੇਖ ਰਿਹਾ ਹੈ ਤਾਂ ਉਸ ਨੂੰ ਜਿਹੜੀਆਂ ਪਹਿਲਾਂ ਕਲਾਸਾਂ ਜਿਹੜੀਆਂ ਹੈਗੀਆਂ ਜਿਵੇਂ ਫਰਜ਼ ਕਰੋ ਸਟੂਡੈਂਟ ਨੇ 5 ਸਤੰਬਰ ਨੂੰ ਮੇਰੀ ਇਹ ਵੀਡੀਓ ਦੇਖੀ ਤੇ ਉਹਦਾ ਜਿਹੜਾ ਮੈਂ 1 ਤੋਂ ਜਿਹੜਾ 5 ਤੱਕ ਦਾ ਜਿਹੜਾ ਸਿਲੇਬਸ ਕਰਾਇਆ ਹੋਊਗਾ ਉਹਦੀ ਜਿਹੜੀ ਵੀਡੀਓ ਰਿਕਾਰਡਿੰਗ ਹੈ ਉਹ ਜਿਹੜੀ ਹੈ ਉਹ ਸਟੂਡੈਂਟ ਨੂੰ ਮਿਲ ਜੂਗੀ ਤਾਂ ਜੋ ਮਤਲਬ ਕਿ ਉਹਦਾ ਜੋ ਮੈਂ ਪਿਛਲਾ ਲਾਸਟ ਵਿੱਚ ਕਰਾ ਚੁੱਕਿਆ ਉਹ ਉਸਦਾ ਮਿਸ ਨਾ ਹੋਵੇ ਤੇ ਆਪਣੀ ਤਿਆਰੀ ਜਿਹੜੀ ਆ ਉਹ ਕੰਟੀਨਿਊ ਕਰ ਸਕੇ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। इंपॉर्टेंट क्वेश्चन ऑफ मैथ। फर्स्ट क्वेश्चन है जी अपने को गुणनखंड रुख पूरा करो, कंप्लीट द फैक्टर ऑफ ट्री। सिंपल गल है, देखो इत्थे 18 लग्या होया 18 ਦਾ ਆਪਾਂ ਇੱਥੇ ਦੇਖਣਾ ਕਿ 3 ਨੂੰ ਕਿਸ ਨਾਲ ਮਲਟੀਪਲਾਈ ਕਰੀਏ ਕਿ ਉੱਪਰ 18 ਬਣ ਜੇ ਤਾਂ ਦੈਨ ਇਜ਼ 6। ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ ਬੀ 6। ਸੈਕੰਡ ਕੁਐਸਚਨ ਆਪਣੇ ਕੋਲ ਦੋ ਸਹਿਅਭਾਜ ਸੰਖਿਆਵਾਂ ਦਾ LCM ਜਿਹੜਾ ਹਮੇਸ਼ਾ ਕਿੰਨਾ ਹੁੰਦਾ ਹੈ? LCM of two co-prime number is always, so right answer is product of ਨੰਬਰਸ, ਸੰਖਿਆਵਾਂ ਦਾ ਗੁਣਨਫਲ। ਥਰਡ ਕੁਐਸਚਨ ਇਜ਼ ਆਲੇਖ ਤੋਂ ਬਹੁਪਦ ਦੇ ਸਿਫਰਾਂ ਦੀ ਸੰਖਿਆ ਦੱਸੋ। ਦ ਨੰਬਰ ਆਫ ਜ਼ੀਰੋਜ਼ ਆਫ ਪੋਲੀਨੋਮੀਅਲ ਫਰਮ ਗ੍ਰਾਫ। ਸੋ ਇੱਥੇ ਅਸੀਂ ਇਹ ਦੇਖਣਾ ਜਿਹੜੀ ਹੈ ਲਾਈਨ ਜਿਹੜੀ ਹੈਗੀ ਕਿੰਨੇ ਪੁਆਇੰਟ ਤੇ ਟੱਚ ਹੋ ਰਹੀ ਹੈ 1 2 3 ਐਂਡ 4। ਸੋ ਫਾਈਨਲ ਆਨਸਰ ਇਜ਼ ਆਪਸ਼ਨ ਨੰਬਰ ਸੀ 4। ਨੈਕਸਟ ਕੁਐਸਚਨ ਜੇਕਰ ਸਿਫਰਾਂ ਦਾ ਜੋੜ p ਅਤੇ ਗੁਣਨਫਲ s ਹੋਵੇ ਤਾਂ ਦੋ ਘਾਤੀ ਬਹੁਪਦ ਕੀ ਹੋਵੇਗਾ? If p is the sum of zeros and s is the product of zeros, then quadratic polynomial is. So right answer is option number A, x square minus xx plus p. Next question, ਰੇਖੀ ਸਮੀਕਰਨਾਂ ਦੇ ਜੋੜੇ ਇਕੁਏਸ਼ਨ ਦਿੱਤੀਆਂ ਹੋਈਆਂ ਤੁਹਾਨੂੰ। ਜੇਕਰ a1/a2 equal b1/b2 not equal c1/c2 ਤਾਂ ਰੇਖਾਵਾਂ ਕੀ ਹੋਣਗੀਆਂ? ਇਸ ਤਰੀਕੇ ਦੀ ਸਿਚੁਏਸ਼ਨ ਦੇ ਵਿੱਚ ਜਿਹੜੀ ਰੇਖਾਵਾਂ ਕਿਹੜੀਆਂ ਹੁੰਦੀਆਂ? ਇਨਕਨਸਿਸਟੈਂਟ, ਅਸੰਗਤ। ਦੇਖੋ ਸਟੂਡੈਂਟ ਜਦੋਂ ਆਪਾਂ ਸੈਂਪਲ ਪੇਪਰ ਕੋਈ ਸੋਲਵ ਕਰਦੇ ਆ ਤਾਂ ਜੇ ਆਪਾਂ ਜ਼ਿਆਦਾ ਡਿਟੇਲ ਦੱਸਾਂਗੇ ਤਾਂ ਵੀਡੀਓ ਜਿਹੜੀ ਆ ਬਹੁਤ ਲੰਬੀ ਹੁੰਦੀ ਆ। ਸੋ ਇਸ ਕਰਕੇ ਇਹਨਾਂ ਡਾਊਟ ਨੂੰ ਕਲੀਅਰ ਕਰਨ ਦੇ ਲਈ ਹੀ ਜਿਹੜੀ ਆ ਮੈਂ ਕਲਾਸਾਂ ਜਿਹੜੀਆਂ ਉਹ ਸਟਾਰਟ ਕੀਤੀਆਂ ਹੋਈਆਂ। तो ਤੁਸੀਂ ਆਪਣੀ ਕਲਾਸਾਂ ਨੂੰ ਜਿਹੜੀ ਜੁਆਇਨ ਕਰ ਸਕਦੇ ਹੋ। ਨੈਕਸਟ ਕੁਐਸਚਨ ਜੇਕਰ 2x 3y 0 ਐਂਡ 4x 3y 0
ਤਾਂ 2x + 3y = 0 ਐਂਡ 4x - 3y 0 ਦਾ ਮੁੱਲ ਕੀ ਹੋਵੇਗਾ। ਦੇਖੋ ਸਿੰਪਲ ਹੈ, ਕੀ ਕਰਨਾ ਤੁਸੀਂ, ਇਹ ਇਕੁਏਸ਼ਨ ਦਿੱਤੀ ਹੋਈ ਆ ਤੁਹਾਨੂੰ, ਨੀਚੇ ਲਾਈਨ ਮਾਰ ਕੇ ਦੇਖੋ ਇਹ ਪਲੱਸ ਮਾਈਨਸ ਦੇ ਸਾਈਨ ਬਣੇ ਹੋਏ ਨੇ, ਤੁਸੀਂ ਇਸ ਨੂੰ ਕੱਟ ਕਰ ਦੇਣਾ। 4 and 2 ਕਿੰਨਾ ਹੋ ਗਿਆ 6x = 0, ਦੈਨ x = 0.6, ਨੀਚੇ ਚਾਹੇ 6 ਹੋਵੇ ਜਾਂ 1000 ਹੋਵੇ 0 ਦੇ ਨੀਚੇ, ਤਾਂ ਆਨਸਰ ਕੀ ਬਣ ਜਾਊਗਾ ਆਪਣੇ ਕੋਲ x = 0। ਹੁਣ ਇਸ x ਦੀ ਵੈਲਿਊ ਜਿਹੜੀ 0 ਆਈ ਹੈ ਇਹਨੂੰ ਤੁਸੀਂ ਇਸ ਇਕੁਏਸ਼ਨ ਦੇ ਕਿਸੇ ਵੀ ਇਕੁਏਸ਼ਨ ਦੇ ਵਿੱਚ ਪੁੱਟ ਕਰ ਸਕਦੇ ਹੋ, ਚਾਹੇ ਤੁਸੀਂ 2x + 3y ਦੇ ਵਿੱਚ ਪੁੱਟ ਕਰ ਲਓ, ਚਾਹੇ ਤੁਸੀਂ ਨੈਕਸਟ ਵਾਲੀ ਇਕੁਏਸ਼ਨ ਦੇ ਵਿੱਚ ਪੁੱਟ ਕਰ ਸਕਦੇ ਹੋ। ਇੱਥੇ ਮੈਂ x ਦੀ ਵੈਲਿਊ 0 ਪੁੱਟ ਕਰ ਦਿੰਦਾ, ਪਲੱਸ 3y, y ਦੀ ਵੈਲਿਊ ਅਸੀਂ ਫਾਈਂਡ ਕਰਨੀ ਹੈ, 20 ਦਾ 0 ਪਲੱਸ 3y = 0, y = 0.3, यानी y ਦੀ ਵੈਲਿਊ ਵੀ ਆਪਣੇ ਕੋਲ ਕੀ ਆ ਗਈ 0। ਹੁਣ ਇੱਥੇ ਕੁਐਸਚਨ ਪੁੱਛਿਆ ਉਸਨੇ ਵੈਲਿਊ ਆਫ x + y, ਹੁਣ x ਦੀ ਵੈਲਿਊ 0, y ਦੀ ਵੈਲਿਊ 0, 0 + 0 0, ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ A 0। ਨੈਕਸਟ, ਦੋ ਘਾਤੀ ਸਮਕਰਨ ਦੀ ਡਿਗਰੀ ਹੁੰਦੀ ਹੈ, ਦਾ ਕੁਆਡਰਿਕ ਇਕੁਏਸ਼ਨ ਹੈਜ਼ ਡਿਗਰੀ, ਕੁਆਡਰਿਕ ਇਕੁਏਸ਼ਨ ਡਿਗਰੀ ਕਿੰਨੀ ਹੁੰਦੀ ਹੈ ਆਲਵੇਜ਼ 2। ਨੈਕਸਟ ਕੁਐਸਚਨ, ax² + bx + c ਦੇ ਮੁੱਲ ਵਾਸਤਵਿਕ ਹੋਣਗੇ ਜੇਕਰ the roots of quadratic equation are real if, right answer is option number A। next 9th question, AP ਦਾ nਵਾਂ ਪਦ an = 3 + 4n ਹੈ, ਤਾਂ 12ਵਾਂ ਪਦ ਕੀ ਹੈ। ਦੇਖੋ ਸਿੰਪਲ ਹੈ, ਕੀ ਕਰਨਾ ਤੁਸੀਂ 3 + 4n, ਇੱਥੇ ਜਿਹੜੀ 12 ਟਰਮ ਹੈ ਇਹ ਮੀਨਸ ਕੀ ਹੈ ਕਿ n ਦੀ ਵੈਲਿਊ ਤੁਸੀਂ ਇੱਥੇ ਭਰਨੀ ਹੈ, ਜਿੱਥੇ n ਲਿਖਿਆ ਉੱਥੇ ਤੁਸੀਂ 12 ਲਿਖ ਦੇਣਾ। 12 4 ਦਾ 48 + 3 = ਆਨਸਰ ਆ ਜਾਊਗਾ ਆਪਣੇ ਕੋਲ 51, ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ D। ਨੈਕਸਟ, ਪਹਿਲੀਆਂ n ਟਾਂ ਕੁਦਰਤੀ ਸੰਖਿਆਵਾਂ ਦਾ ਜੋੜਫਲ ਕੀ ਹੈ, the sum of first and odd natural number is, ਸੋ ਪਹਿਲੀਆਂ ਜਿਹੜੀਆਂ odd natural number ਕਿਹੜੇ ਹੁੰਦੇ ਆਪਣੇ ਕੋਲ 1 3 5, ਸੋ ਇਹਨੂੰ ਤੁਸੀਂ AP ਦਾ ਰੂਪ ਦੇ ਦੇਣਾ, A ਹੋ ਗਈ ਆਪਣੇ ਕੋਲ 1, D ਆ ਜਾਊਗਾ ਆਪਣੇ ਕੋਲ 3 ਚੋਂ 1 ਮਾਈਨਸ ਕਿਤੇ 2, ਦੈਨ ਤੁਸੀਂ SN ਦਾ ਫਾਰਮੂਲਾ ਲਗਾਓਗੇ, SN = n/2, ਬ੍ਰੈਕਟ ਦੇ ਵਿੱਚ 2a + n - 1 ਬਾਹਰ D, n/2, A ਦੀ ਵੈਲਿਊ 1 + n - 1, D ਦੀ ਵੈਲਿਊ 2, n/2 ਬ੍ਰੈਕਟ ਦੇ ਵਿੱਚ 2 1 ਦਾ 2 ਪਲੱਸ ਇਸ 2 ਨੂੰ ਪਹਿਲਾਂ ਤੁਸੀਂ ਇਸ n ਨਾਲ ਮਲਟੀਪਲਾਈ ਕਰ ਦੇਣਾ 2n, ਫਿਰ ਇਸ 2 ਨੂੰ ਇਸ -1 ਨਾਲ ਕਰਨਾ ਹੈ, ਦੈਨ -2, ਇਹ ਆਪਣੇ ਕੋਲ ਮਾਈਨਸ ਦਾ 2 ਹੈ, ਇਹ ਪਲੱਸ ਦਾ, ਇਹ ਕਟਿੰਗ ਹੋ ਗਿਆ ਆਪਣੇ ਕੋਲ ਕੀ ਆ ਗਿਆ n/2 × 2n, ਸੋ ਦੈਨ ਆਨਸਰ ਹੋਊਗਾ ਆਪਣੇ ਕੋਲ, ਦੈਨ ਨੈਕਸਟ ਹੋਊਗਾ ਇਹਦੇ ਵਿੱਚ 2n ਦਾ ਸਕੁਅਰ / 2, 2 ਨਾਲ 2 ਕੱਟਿਆ ਗਿਆ, ਆਪਣੇ ਕੋਲ ਫਾਈਨਲ ਆਨਸਰ ਆ ਗਿਆ n ਦਾ ਸਕੁਅਰ, ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ D। ਨੈਕਸਟ ਕੁਐਸਚਨ, ਜੇ DE ਪੈਰਲਲ BC ਹੋਵੇ ਤਾਂ EC ਦਾ ਮੁੱਲ ਕੀ ਹੋਵੇਗਾ। ਇਫ DE ਪੈਰਲਲ BC then the value of EC, ਇਹਦੇ ਵਿੱਚ ਸਿੰਪਲ ਕੀ ਕਰਨਾ ਹੁੰਦਾ ਤੁਸੀਂ 1.5/3 = 1/x ਕ੍ਰੋਸ ਕਰ ਦੋਗੇ, 1.5x = 3, x = 3/1.5, ਪੁਆਇੰਟ ਦਾ 1 ਨੀਚੇ ਇੱਕ 0, then x = 3 × 10/15, ਆ ਜਿਹੜੀ ਨੀਚੇ ਵੈਲਿਊ ਉੱਪਰ ਜਾਊਗੀ ਤਾਂ ਰੈਸਿਪਰੋਕਲ ਹੋ ਕੇ ਜਾਂਦੀ ਹੈ, ਦੈਨ 3 1 ਦਾ 3 5 ਦਾ 5 2 ਦਾ, ਸੋ x ਦੀ ਵੈਲਿਊ ਕੀ ਆ ਗਈ ਆਪਣੇ ਕੋਲ 2, ਰਾਈਟ ਆਨਸਰ ਇਜ਼ ਆਪਸ਼ਨ ਨੰਬਰ B। ਨੈਕਸਟ ਕੁਐਸਚਨ, x + 5 x - 2 x + 5 x + 7 x + 22, ਮੱਧਮਾਨ ਮੀਨ ਕੀ ਹੋਏਗਾ। ਨੈਕਸਟ ਕੁਐਸਚਨ, x + 5 x - 2 x + 5 x + 7 x + 72, ਮੱਧਮਾਨ ਮੀਨ ਕੀ ਹੋਏਗਾ। ਇਸ ਨੂੰ ਸੋਲਵ ਕਰਨ ਲਈ ਤੁਸੀਂ ਇੱਥੇ ਵੈਲਿਊ ਲਿਖ ਲਓਗੇ ਪਹਿਲਾਂ ਪਲੱਸ ਪਾ ਕੇ, x + 5 + x - 2 + x + 5 + x + 7 and x + 72, ਪਹਿਲਾਂ x ਵਾਲੇ ਪਲੱਸ ਕਰ ਦਾਂਗੇ, ਆਪਣੇ ਕੋਲ ਹੋ ਜਾਣਗੇ ਇਹ 5x, ਦੈਨ ਤੁਸੀਂ ਡਿਜਿਟ ਪਲੱਸ ਕਰੋਗੇ, ਦੈਨ ਆ ਜਾਊਗਾ ਆਪਣੇ ਕੋਲ 85, ਅਪੋਨ ਆਪਾਂ ਕਰਾਂਗੇ 5 ਨਾਲ, ਅਪੋਨ ਅਸੀਂ ਕਰਾਂਗੇ ਇਸ ਨੂੰ 5 ਨਾਲ ਡਿਵਾਈਡ, 5 ਕਿੱਥੋਂ ਆਇਆ ਦੇਖੋ, ਜਿਵੇਂ ਫਸਟ 1 ਇਹ 2 ਇਹ 3 4 and 5, ਸੋ ਨੈਕਸਟ ਸਟੈਪ ਕੀ ਹੋਊਗਾ, ਉੱਪਰ ਇਹਨਾਂ ਦੇ ਵਿੱਚ ਅਸੀਂ ਕਾਮਨ ਕੱਢਾਂਗੇ, 5 ਬਾਹਰ ਆ ਜਾਊਗਾ, अंदर आ जाएगा x + 17 अपॉन 5, 5 ना 5 कटिंग होगी, आंसर आ गया अपने को ऑप्शन नंबर डी x + 17। नेक्स्ट 14 क्वेश्चन, केड़ी किसी घटना की संभावना नहीं हो सकती, करेक्ट मैथड ऑफ मोड इज, इत्थे ऊपर लिखा नहीं हो सकती, नीचे लिखा करेक्ट मैथड मोड दसो। नेक्स्ट क्वेश्चन, केड़ी किसी घटना की संभावना हो सकती है, करेक्ट मैथड फॉर मोड इज, सो राइट आंसर इज ऑप्शन नंबर ए z = 2m, 2m द मींस, सो राइट आंसर इज ऑप्शन नंबर बी
z is equal to 3 है minus 2x ਦੇ ਉੱਪਰ ਬਾਰ। ਇੱਥੇ z ਦਾ ਮਤਲਬ ਕੀ ਹੈ ਆਪਣੇ ਕੋਲ ਮੋਡ ਇਕੁਅਲ ਆ 3 ਦੇ ਨਾਲ ਜਿਹੜਾ m ਲਗਾਇਆ ਇਹਦਾ ਮਤਲਬ ਕੀ ਹੈ ਮਿਡੇਨ minus 2x ਦੇ ਉੱਪਰ ਬਾਰ ਦਾ ਮਤਲਬ ਕੀ ਹੈ ਮੀਨ। ਨੈਕਸਟ ਕੁਐਸਚਨ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ which is not the probability of an event। ਸੋ ਜਿਹੜੀ ਮਾਈਨਸ ਵਾਲੀ ਵੈਲਿਊ ਹੈ ਉਹ ਜਿਹੜੀ ਹੈ ਇਵੈਂਟ ਦੀ ਪ੍ਰੋਬੇਬਿਲਿਟੀ ਨਹੀਂ ਹੋ ਸਕਦੀ। ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ C। ਨੈਕਸਟ ਜੇਕਰ ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ P ਹੈ ਤਾਂ ਉਸਦੇ ਨਾ ਵਾਪਰਨ ਦੀ ਸੰਭਾਵਨਾ ਕੀ ਹੋਵੇਗੀ। ਸੋ ਰਾਈਟ ਆਨਸਰ ਇਜ਼ ਆਪਸ਼ਨ ਨੰਬਰ C 1 P। ਨੈਕਸਟ ਹੈ ਜੀ ਆਪਣੇ ਕੋਲ ਟਰੂ ਫਾਲਸ। ਹਰ ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। Every composite number can be expressed as a product of prime numbers। Right answer is true। Next व्यंजक 7x square एक दो घाती बहुपद है। एक्सप्रेशन 7x square is a quadratic polynomial। So right answer is true। Next जेकर दो रेखावां समानांतर ਹਨ ਤਾਂ ਸਮੀਕਰਨਾਂ ਦਾ ਜੋੜਾ ਸੰਗਤ ਹੁੰਦਾ ਹੈ। Right answer is false। एक ਇੱਥੇ consistent ਲਿਖਿਆ ਇਨਕਨਸਿਸਟੈਂਟ ਹੋ ਜਾਂਦੀਆਂ ਇੱਥੇ। ਨੈਕਸਟ ਦੋ ਘਾਤੀ ਸਮੀਕਰਨ x² + 4x + 5 = 0 ਦਾ ਕੋਈ ਵਾਸਤਵਿਕ ਮੁੱਲ ਨਹੀਂ। देयर इज नो रियल रूट ऑफ quadratic equation x² + 4x + 5 = 0। राइट आंसर इज false। नेक्स्ट ਏਪੀ ਦਿੱਤੀ ਹੈ ਤੁਹਾਨੂੰ। ਹੁਣ ਕੁਐਸਚਨ ਕੀ ਆਪਣੇ ਕੋਲ ਕਿ is an arithmetic progression ਕੀ ਇਹ ਅੰਕ ਗਣਿਤਕ ਲੜੀ ਹੈ। ਯੈਸ ਰਾਈਟ ਆਂਸਰ ਇਜ਼ ਟਰੂ ਕਿਉਂਕਿ ਜਿਹੜਾ ਇਹਦਾ ਡਿਫਰੈਂਸ ਹੈ ਇਹਦੇ ਵਿੱਚ ਵੀ ਮਤਲਬ ਕਿ 0 ਦਾ ਡਿਫਰੈਂਸ ਹੈ ਇਹਦੇ ਵਿੱਚ ਵੀ ਜਦੋਂ ਡਿਫਰੈਂਸ ਸੇਮ ਹੁੰਦਾ ਟਾਈਟ ਮੀਨਸ ਕੀ ਹੁੰਦਾ ਕਿ ਇਹ ਇੱਕ ਏਪੀ ਹੈ। ਨੈਕਸਟ ਸਾਰੇ ਚੱਕਰ ਸਰਬੰਸਮ ਨਹੀਂ ਹੁੰਦੇ। all circles are not congruent। ਰਾਈਟ ਆਂਸਰ ਇਜ਼ ਟਰੂ। ਨੈਕਸਟ 10 12 14 16 18 and 20 ਦੀ ਮੱਧਿਕਾ 15 ਹੈ। ਮਿਡੇਨ ਜਿਹੜਾ ਹੈਗਾ ਉਹ ਕਹਿੰਦਾ ਇਹਦਾ 15 ਹੈ। ਯੈਸ ਬਿਲਕੁਲ ਟਰੂ। ਨੈਕਸਟ ਖਾਲੀ ਥਾਵਾਂ ਭਰੋ। ਫਸਟ ਆਪਣੇ ਕੋਲ ਇਹਦਾ ਮੋਡ ਜਿਹੜਾ ਦੱਸਣਾ ਆਪਾਂ ਮੋਡ ਦੇ ਵਿੱਚ ਹੁੰਦਾ ਜਿਹੜੀ ਵੈਲਿਊ ਜਿਹੜੀ ਆ ਬਾਰ-ਬਾਰ ਰਿਪੀਟ ਹੋ ਕੇ ਜ਼ਿਆਦਾ ਵਾਰ ਆ ਰਹੀ ਆ ਦੈਟ ਇਜ਼ ਦਾ ਮੋਡ। ਸੋ ਇਹ ਦੇਖੋ ਇੱਕ 3 3 3 ਇਹ ਜਿਹੜਾ 3 ਟਾਈਮ ਆ ਰਿਹਾ। ਸੋ ਰਾਈਟ ਆਨਸਰ ਇਜ਼ 3। ਨੈਕਸਟ ਸਾਰੀਆਂ ਡੈਸ਼ ਤ੍ਰਿਭੁਜਾਂ ਸਮਰੂਪ ਹੁੰਦੀਆਂ ਹਨ। all dash or triangle are similar। so right answer is equilateral। next AP 10 7 4 ਦਾ 30। next AP 10 7 ਤੇ 4 ਦਾ 30ਵਾਂ ਪਦ ਕੀ ਹੋਏਗਾ। 13 term of AP 10 7 and 4 is। ਸੋ ਇਹ ਕੱਢਣ ਲਈ ਆਪਾਂ ਕੀ ਕਰਦੇ ਹੁੰਦੇ ਆ ਪਹਿਲਾਂ A ਆਪਣੇ ਕੋਲ 10 ਹੈ D ਜਿਹੜਾ ਹੈਗਾ ਉਹ ਕਿੰਨਾ ਹੋਊਗਾ 7 ਚੋਂ 10 ਮਾਈਨਸ ਕਰਤਾ ਆਪਣੇ ਕੋਲ ਆ ਗਿਆ ਆਨਸਰ -3। AN ਦੀ ਵੈਲਿਊ 30 ਦੈਨ ਇਸ ਨੂੰ ਪੁੱਟ ਕਰਾਂਗੇ ਫਾਰਮੂਲੇ ਦੇ ਵਿੱਚ A 30 = 10 + 30 - 1 - 3। ਫਾਰਮੂਲਾ ਕਿਹੜਾ ਆਪਣੇ ਕੋਲ ਇਹ AN = A plus n minus 1D। next 10 plus 29 multiply -3 multiply करके पहला आंसर आ जाऊगा अपने को -87 plus the 10 प्लस माइनस कदे इकट्ठे नहीं होने चाहिए इन्हें दूजे ਨੂੰ ब्रैकेट च पा दो देन ਕੀ होगा 10 - 87 राइट आंसर आ जाऊगा अपने को माइनस करके -77। नेक्स्ट क्वेश्चन जेकर x = 2 समीकरण x² - 5x + 6s = 0 ਦਾ ਹੱਲ ਹੈ ਤਾਂ k ਦਾ ਮੁੱਲ ਪਤਾ ਕਰੋ। if x = 2 is a solution of equation then value of k। ਸਿੰਪਲ ਜੀ ਗੱਲ ਹੈ ਜਿੱਥੇ x ਹੈਗਾ ਉੱਥੇ ਤੁਸੀਂ 2 ਪੁੱਟ ਜਿਹੜਾ ਕਰ ਦੇਣਾ। ਇਕੁਏਸ਼ਨ ਆਪਣੇ ਕੋਲ x² - 5x + 6k। ਹੁਣ ਜਿੱਥੇ x ਲਿਖਿਆ ਉੱਥੇ ਤੁਸੀਂ ਲਿਖਣਾ ਹੈ 2 ਦਾ ਸਕੁਅਰ -5 ਫਿਰ 2 ਬ੍ਰੈਕਟ ਦੇ ਵਿੱਚ +6k 2 ਦਾ ਸਕੁਅਰ 4 5 2 ਦਾ 10 +6k 10 - 4 6 ਹੁੰਦਾ ਪਰ ਵੱਡੇ ਅੱਗੇ ਸਾਈਨ ਧਿਆਨ ਰੱਖਣਾ ਹੈ ਮਾਈਨਸ ਦਾ +6k = 0। ਨੈਕਸਟ ਹੋ ਜਾਊਗਾ ਆਪਣੇ ਕੋਲ 6k = ਜਿਹੜਾ ਮਾਈਨਸ ਦਾ 6 ਹੈ ਦੂਜੀ ਸਾਈਡ ਜਾਏਗੀ ਹੋ ਜਾਊਗਾ ਪਲੱਸ ਦਾ ਦੈਨ k = 6.6। ਜਦੋਂ ਵੈਰੀਏਬਲ ਐਂਡ ਨਿਊਮੈਰੀਕਲ ਦੇ ਵਿੱਚ ਕੋਈ ਸਾਈਨ ਨਹੀਂ ਹੁੰਦਾ ਫਿਰ ਜਿਹੜਾ ਨਿਊਮੈਰੀਕਲ ਵਾਲੀ ਵੈਲਿਊ ਉਹ ਕਿੱਥੇ ਜਾਂਦੀ ਹੈ ਨੀਚੇ। ਸੋ ਕਟਿੰਗ ਕਰਕੇ ਆਪਣੇ ਕੋਲ ਆਨਸਰ ਆ ਜਾਊਗਾ x k = 1। ਨੈਕਸਟ k ਦਾ ਮੁੱਲ ਡੈਸ਼ ਹੈ ਜੇ ਸਮੀਕਰਨ ਪ੍ਰਣਾਲੀ ਇੱਥੇ ਇਕੁਏਸ਼ਨ ਦਿੱਤੀਆਂ ਹੋਈਆਂ ਵੈਲਿਊ ਆਫ k ਫॉर ਵਿਚ ਸਿਸਟਮ ਆਫ ਇਕੁਏਸ਼ਨ has one solution। next ਹੈ ਜੀ ਆਪਣੇ ਕੋਲ ਜੇਕਰ ਅਲਫਾ ਬੀਟਾ ਬਹੁਪਦ x² - 3x + 5 ਦੀਆਂ ਸਿਫਰਾਂ ਹੋਣ ਤਾਂ ਅਲਫਾ ਬੀਟਾ one solution ਜਦੋਂ ਹੁੰਦਾ ਤਾਂ ਆਪਾਂ ਕਿਵੇਂ ਲਿਖਦੇ ਆ A1/A2 not equal B1/B2। ਇਹ ਆਪਣੇ ਕੋਲ ਇਕੁਏਸ਼ਨਾਂ ਦਿੱਤੀਆਂ ਹੋਈਆਂ A1/A2 means 3/k
ਇਹ 3 ਪੌਨ k ਜਿਹੜਾ ਆਪਣੇ ਕੋਲ ਆ ਜਾਊਗਾ not equal 5 ਪੌਨ 10 क्रॉस कर देंगे इस 30 equal 5k then k equal 30.5 कटिंग करके अपने को आंसर आ जाएगा k ਦੀ वैल्यू 6। नेक्स्ट क्वेश्चन जेकर अल्फा बीटा बहुपद x स्क्वायर माइनस 3x प्लस 5 ਦੀਆਂ ਸਿਫਰਾਂ ਹੋਣ ਤਾਂ ਅਲਫਾ ਬੀਟਾ if ਅਲਫਾ ਬੀਟਾ zeros of polynomial then ਅਲਫਾ ਬੀਟਾ ਕੀ ਹੋਊਗਾ। ਸਿੰਪਲ ਜੀ ਗੱਲ ਹੈ, ਅਲਫਾ ਬੀਟਾ ਦਾ ਜਿਹੜਾ ਫਾਰਮੂਲਾ ਹੁੰਦਾ ਇਕੁਅਲ ਹੁੰਦਾ ਆਪਣੇ ਕੋਲ c ਪੌਨ a। ਸੋ ਇਹ ਆਪਣੇ ਕੋਲ a ਹੈ, ਇਹ b ਦੀ ਵੈਲਿਊ ਹੈ, c ਦੀ ਵੈਲਿਊ ਹੈ, c ਆ ਗਿਆ ਆਪਣੇ ਕੋਲ 5, a नीचे है 1, सो राइट आंसर हो जाएगा अपने को 5। नेक्स्ट दो लगातार जिस संख्यावां दा HCF की होएगा HCF टू कंसेक्यूटिव इवन नंबर्स। कंसेक्यूटिव मींस देखो जिवें 2 आ गया फिर 4 आ गया फिर 6 हो गया फिर 8 हो गया, ये कंसेक्यूटिव ने इवन नंबर ने। ਹੁਣ ਸਿੰਪਲ ਜਿਵੇਂ ਮੈਂ 2 ਐਂਡ 4 ਦਾ ਜੇ ਐਲਸੀਐਮ ਲੈਣ ਦੀ ਗੱਲ ਕਰਾਂ ਤਾਂ 2 ਮਲਟੀਪਲਾਈ 1 ਐਂਡ 4 ਦਾ 2 ਮਲਟੀਪਲਾਈ 2 then HCF ਕੀ ਹੋਊਗਾ ਆਪਣੇ ਕੋਲ 2। ਐਦਾਂ ਹੀ ਜੇ ਮੈਂ 6 ਐਂਡ 8 ਦੀ ਗੱਲ ਕਰਾਂ ਤਾਂ ਇੱਥੇ ਆ ਜਾਊਗਾ ਆਪਣੇ ਕੋਲ 2 ਮਲਟੀਪਲਾਈ 3 then 8 ਦਾ ਹੋ ਜਾਊਗਾ 2 ਮਲਟੀਪਲਾਈ 2 ਮਲਟੀਪਲਾਈ 2 then ਫਿਰ ਆਨਸਰ ਕੀ ਹੋ ਜਾਊਗਾ ਆਪਣੇ ਕੋਲ 2। ਸੋ ਇਸ ਕਰਕੇ ਆਲਵੇਜ਼ ਕੀ ਹੋਊਗਾ ਇੱਥੇ 2। ਸੈਕਸ਼ਨ ਬੀ ਦੇ ਵਿੱਚ ਦੋ ਨੰਬਰ ਵਾਲੇ ਕੁਐਸਚਨ ਨੇ ਆਪਣੇ ਕੋਲ। ਫਸਟ ਕੁਐਸਚਨ ਆਪਣੇ ਕੋਲ 672 ਐਂਡ 120 ਦਾ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਦੇ ਨਾਲ ਅਭਾਜ ਗੁਣਨਖੰਡ ਵਿਧੀ ਦੇ ਨਾਲ HCF ਤੇ LCM फाइंड करना। तुसी LCM ਲੈਣ ਦੇ ਲਈ ਤੁਹਾਨੂੰ ਪਤਾ ਹੀ ਹੈ ਪਹਿਲਾਂ ਕਿ 672 ਐਂਡ 120 ਦਾ ਤੁਸੀਂ LCM ਕਿਵੇਂ ਲੈਣਾ। ਇਸ ਤਰੀਕੇ ਨਾਲ LCM ਲੈ ਕੇ ਤੁਹਾਡੇ ਕੋਲ LCM ਆ ਜਾਊਗਾ ਤਾਂ 360। HCF ਕੱਢਣ ਲਈ ਤੁਸੀਂ ਕੀ ਕਰਨਾ, ਇੱਕ ਫਾਰਮੂਲਾ ਲਾਣਾ ਹੈ ਪ੍ਰੋਡਕਟ ਆਫ ਨੰਬਰਸ ਇਜ਼ ਇਕੁਅਲ ਟੂ LCM ਮਲਟੀਪਲਾਈ HCF। ਪ੍ਰੋਡਕਟ ਆਫ ਨੰਬਰ ਤੁਹਾਨੂੰ ਦਿੱਤੇ ਹੋਏ ਜਿਹੜੇ 6 ਮਲਟੀਪਲਾਈ 72 ਮਲਟੀਪਲਾਈ 120 ਇਜ਼ ਇਕੁਅਲ ਟੂ 360 ਮਲਟੀਪਲਾਈ HCF। ਪੰਜਾਬੀ ਵਾਲੇ ਇੱਥੇ ਲਿਖ ਸਕਦੇ ਆ ਦਿੱਤੇ ਨੰਬਰਾਂ ਦਾ ਗੁਣਨਫਲ। ਕਈ ਸਟੂਡੈਂਟ ਮਲਟੀਪਲਾਈ ਕਰ ਦਿੰਦੇ ਆ ਪਰ ਆਪਾਂ ਨੂੰ ਮਲਟੀਪਲਾਈ ਨਹੀਂ ਕਰਨਾ, ਇਹਨੂੰ ਐਜ਼ ਇਟ ਇਜ਼ ਲਿਖ ਲੈਣਾ। ਅਪੋਨ ਦੇ ਵਿੱਚ ਜਿਹੜਾ 360 ਇੱਧਰ ਆ ਕੇ ਨੀਚੇ ਆ ਜਾਊਗਾ, ਉਧਰ ਜਿਹੜਾ HCF ਲਿਖਿਆ ਰਹਿ ਜਾਊਗਾ। 0 ਨਾਲ 0 ਕਟਿੰਗ ਹੋ ਗਈ, 12 1 ਦਾ 12 3 ਦਾ 3 1 ਦਾ 3 2 ਦਾ ਮਲਟੀਪਲਾਈ ਕਰਕੇ ਸਾਡੇ ਕੋਲ ਆਨਸਰ ਆ ਗਿਆ ਇਹਦਾ HCF ਦਾ 144। 72 ਨੂੰ ਅਸੀਂ 2 ਨਾਲ ਮਲਟੀਪਲਾਈ ਕੀਤਾ, ਸਾਡੇ ਕੋਲ ਆਨਸਰ ਆ ਗਿਆ ਲਾਸਟ ਵਿੱਚ 144। ਨੈਕਸਟ ਕੁਐਸਚਨ ਆਪਣੇ ਕੋਲ ਫਾਈਂਡ ਦਾ ਕੁਆਡਰੇਟਿਕ ਇਕੁਏਸ਼ਨ ਹੂਜ਼ ਸਮ ਆਫ 0 ਇਜ਼ 0 ਐਂਡ ਪ੍ਰੋਡਕਟ √5। ਇਹਨੂੰ ਕਰਨ ਦੇ ਲਈ ਤੁਸੀਂ ਇੱਥੇ ਫਾਰਮੂਲਾ ਲਗਾਉਣਾ x ਸਕੁਅਰ ਮਾਈਨਸ ਸਮ ਆਫ 0 ਬਾਹਰ x ਪਲੱਸ ਪ੍ਰੋਡਕਟ ਆਫ 0 ਦੈਨ x ਸਕੁਅਰ ਇੱਕ ਵੈਲਿਊ ਦਿੱਤੀ ਤੁਹਾਨੂੰ 0, ਇੱਕ ਦਿੱਤੀ ਹੈ √5। तो सम ऑफ 0 ਦੀ ਵੈਲਿਊ 0 ਬਾਹਰ ਆਪਣੇ ਕੋਲ x ਪਲੱਸ √5 ਹੈਗੀ ਆ ਪ੍ਰੋਡਕਟ ਆਫ 0 ਦੀ। 0 ਨੂੰ ਤੁਸੀਂ x ਨਾਲ ਮਲਟੀਪਲਾਈ ਕਰੋਗੇ ਦੈਨ ਕੀ ਹੋ ਜਾਊਗਾ, ਇਹ ਖਤਮ ਹੋ ਜਾਊਗਾ, x 0 ਦਾ 0 ਹੀ ਬਣ ਜਾਊਗਾ। ਆਪਣੇ ਕੋਲ ਕੀ ਬਚ ਗਿਆ x ਸਕੁਅਰ ਪਲੱਸ √5। ਇਹ ਤੁਹਾਡਾ ਜਿਹੜਾ ਫਾਈਨਲ ਆਨਸਰ ਬਣ ਜਾਊਗਾ। ਨੈਕਸਟ ਕੁਐਸਚਨ ਹੈ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ ਤਾਂ ਸੰਭਾਵਨਾ ਪਤਾ ਕਰੋ। A dice is thrown once, find the probability of ਅਭਾਜ ਸੰਖਿਆ ਯਾਨੀ ਪ੍ਰਾਈਮ ਨੰਬਰ, ਤੇ ਇੱਕ ਤੁਸੀਂ ਪਤਾ ਕਰਨੀ ਹੈ ਓਡ ਨੰਬਰ ਦੀ ਯਾਨੀ ਟਾਂਕ ਸੰਖਿਆ। ਪ੍ਰਾਈਮ ਨੰਬਰ ਕਿਹੜੇ ਹੁੰਦੇ ਆ, ਜਿਹੜੇ ਸਿਰਫ ਆਪਣੇ ਟੇਬਲ ਤੇ ਆਉਂਦੇ ਹੋਣ। ਓਡ ਨੰਬਰ ਕਿਹੜੇ ਹੁੰਦੇ ਆ, ਜਿਹੜੇ 2 ਦੇ ਨਾਲ ਡਿਵਾਈਡ ਨਾ ਹੋਣ। ਕਈ ਸਟੂਡੈਂਟ ਜਿਹੜੇ ਆ ਪ੍ਰਾਈਮ ਨੰਬਰ ਓਡ ਨੰਬਰ ਦੇ ਕਨਫਿਊਜ਼ ਹੋ ਜਾਂਦੇ ਆ। ਹੁਣ ਡਾਈਸ ਦੇ ਵਿੱਚ ਆਪਾਂ ਨੂੰ ਪਤਾ ਹੈ 1 ਤੋਂ ਲੈ ਕੇ ਜਿਹੜੇ ਆ 6 ਤੱਕ ਜਿਹੜੇ ਆ ਨੰਬਰ ਹੁੰਦੇ ਆ, ਤੇ ਜੇ ਮੈਂ ਸਟੂਡੈਂਟ ਕਈ ਵਾਰ ਪੁੱਛਾਂ ਵੀ ਕੀ ਹੁੰਦੇ ਪ੍ਰਾਈਮ ਨੰਬਰ ਤੋਂ ਉਹ ਕਹਿੰਦੇ ਨੇ ਵੀ 1 2 3 5 ਇਹ ਜਿਹੜੇ ਕਹਿੰਦੇ ਪ੍ਰਾਈਮ ਨੰਬਰ ਹੁੰਦੇ ਆ। ਪਰ ਐਕਚੁਅਲ ਦੇ ਵਿੱਚ ਜਿਹੜਾ ਹੈਗਾ 1 ਜਿਹੜਾ ਹੈਗਾ ਕੋਈ ਵੀ ਇਹਦਾ ਟੇਬਲ ਨਹੀਂ ਹੁੰਦਾ। ਜਿਹੜੀ ਇਹਦੀ ਡੈਫੀਨੇਸ਼ਨ ਹੁੰਦੀ ਹੈ ਪ੍ਰਾਈਮ ਨੰਬਰ ਦੀ ਵੀ ਜਿਹੜੇ ਉਹ ਡਿਜਿਟ ਜਿਹੜੇ ਸਿਰਫ ਆਪਣੇ ਟੇਬਲ ਤੇ ਆਉਂਦੇ ਹੋਣ ਦੈਟ ਇਜ਼ ਦਾ ਪ੍ਰਾਈਮ ਨੰਬਰ। ਸੋ ਟੇਬਲ ਸਟਾਰਟ ਹੁੰਦੇ ਹਮੇਸ਼ਾ 2 ਤੋਂ। ਸੋ 2 ਵੀ ਜਿਹੜਾ ਐਸਾ ਡਿਜਿਟ ਆ ਜਿਹੜਾ ਸਿਰਫ ਆਪਣੇ ਟੇਬਲ ਤੇ ਆਉਂਦਾ। ਸੋ ਪ੍ਰਾਈਮ ਨੰਬਰ ਕੀ ਹੋ ਜਾਊਗਾ ਆਪਣੇ ਕੋਲ 2 3 ਐਂਡ 5 ਐਂਡ ਦੀ ਪ੍ਰੋਬੇਬਿਲਿਟੀ ਕੱਢਣੀ ਹੈ ਤਾਂ ਉਹ ਇਹ ਟੋਟਲ ਕਿੰਨੇ ਹੋ ਗਏ 3 3 ਉੱਪਰ 6 ਨੀਚੇ ਕਟਿੰਗ ਕਰਕੇ ਆਪਣੇ ਕੋਲ ਆਨਸਰ ਆ ਜਾਏਗਾ 1.2। ਸੋ ਇਹ ਤਰੀਕੇ ਨਾਲ ਜੇ ਅਸੀਂ ਓਡ ਨੰਬਰ ਦੇਖਦੇ ਆ, ਓਡ ਨੰਬਰ 'ਚ ਆਪਣਾ ਪਤਾ ਹੀ ਹੈ ਕਿ 1 3 ਐਂਡ 5 ਓਡ ਨੰਬਰ ਹੁੰਦੇ ਆ। ਇਹ ਵੀ ਇਹਦੇ ਵਿੱਚ 3 ਹੀ ਨੇ। ਸੋ 3 ਉੱਪਰ 6 ਨੀਚੇ ਕਟਿੰਗ ਕਰਕੇ ਆਨਸਰ ਆ ਜਾਊਗਾ ਆਪਣੇ ਕੋਲ 1.2। ਨੈਕਸਟ 52 ਪੱਤਿਆਂ ਦੀ ਚੰਗੀ ਤਰ੍ਹਾਂ ਨਾਲ ਫੈਂਟੀ ਕੀਤੀ ਗਈ ਤਾਜ ਦੀ ਗੁੱਟੀ ਵਿੱਚੋਂ ਪੱਤਾ ਬਾਹਰ ਕੱਢਿਆ ਜਾਂਦਾ ਹੈ ਤਾਂ ਸੰਭਾਵਨਾ ਪਤਾ ਕਰੋ। A card is drawn from well shuffled pack of 52 cards. Find the probability of Queen of Diamond यानी इट दी बेगम, कार्ड ऑफ स्पेड यानी हुक्म दा पत्ता। क्वीन हुंदी अपने को टोटल 4 और ताज दे पट्टे टोटल है अपने को 52। कटिंग करके अपने को आंसर आ जाऊगा 1.13। इस तरह नैक्सट असीं देखते हैं जे स्पेड यानी हुक्म दा पत्ता। सो ये हुंदे अपने को 13 टोटल है 52। कटिंग करके अपने को आंसर आ जाऊगा
1.4। ਨੈਕਸਟ ਹੈ ਜੀ ਆਪਣੇ ਕੋਲ ਸੈਕਸ਼ਨ ਸੀ। ਫਸਟ ਕੁਐਸਚਨ ਆਪਣੇ ਕੋਲ x² - 3x - 10 0 ਦੇ ਮੁੱਲਾਂ ਦੀ ਪ੍ਰਕਿਰਤੀ ਦਾ ਪਤਾ ਲਗਾਓ। ਜੇ ਮੁੱਲ ਵਾਸਤਵਿਕ ਹਨ ਤਾਂ ਹੱਲ ਵੀ ਕਰੋ। ਫਾਈਂਡ ਦਾ ਨੇਚਰ ਆਫ ਰੂਟ ਆਫ ਇਕੁਏਸ਼ਨ ਇਫ ਦੇ ਆਰ ਰੀਅਲ ਦੈਨ ਸੋਲਵ ਇਟ। ਰੂਟ ਰੀਅਲ ਹੈ ਜਾਂ ਨਹੀਂ ਰੀਅਲ ਤਾਂ ਆਪਾਂ ਇੱਥੇ ਫਾਰਮੂਲਾ ਲਗਾਉਂਦੇ ਆ d ਦਾ। d b² - 4ac। ਇੱਥੇ a ਦੀ ਵੈਲਿਊ ਹੈਗੀ ਆਪਣੇ ਕੋਲ 1, b ਦੀ ਵੈਲਿਊ ਹੈਗੀ ਆ -3, c ਦੀ ਵੈਲਿਊ ਹੈਗੀ ਆ -10। ਸੋ ਇੱਥੇ ਵੈਲਿਊ ਪੁੱਟ ਕਰ ਦਾਂਗੇ। b ਦੀ ਵੈਲਿਊ -3 ਦਾ ਸਕੁਅਰ -4, a ਦੀ ਵੈਲਿਊ ਹੈਗੀ ਆ 1, c ਦੀ ਵੈਲਿਊ ਹੈਗੀ ਆਪਣੇ ਕੋਲ -10। ਸਾਨੂੰ ਸੋਲਵ ਕਰਕੇ ਆਨਸਰ ਆ ਜਾਊਗਾ 9, 4 10 ਦਾ 40 ਮਾਈਨਸ ਪਲੱਸ। ਸੋ d ਦੀ ਵੈਲਿਊ ਆ ਗਈ ਆਪਣੇ ਕੋਲ 49। ਸੋ ਇਹਦੇ ਹੋ ਜਾਣਗੇ ਆਪਣੇ ਕੋਲ, ਇਹਦੀ ਵੈਲਿਊ ਜਿਹੜੀ ਆਪਣੇ ਕੋਲ ਪਲੱਸ ਵਿੱਚ ਆ ਰਹੀ ਹੈ, ਦੈਨ ਜਿਹੜੇ ਇਹਦੇ ਰੀਅਲ ਰੂਟ ਨਿਕਲਣਗੇ। ਸੋ ਇੱਥੇ ਫਾਰਮੂਲਾ ਲਗਾਵਾਂਗੇ ਅਸੀਂ x -b ±√d upon 2a। ਵੈਲਿਊ ਪੁੱਟ ਕਰ ਦਾਂਗੇ ਇਹਦੇ ਵਿੱਚ ਪਲੱਸ ਮਾਈਨਸ, d ਦੀ ਵੈਲਿਊ ਆਪਣੇ ਕੋਲ ਆਈ ਹੈ 49 upon 2, then ਮਾਈਨਸ ਪਲੱਸ, ਫਿਰ ਪਲੱਸ ਮਾਈਨਸ 49 ਦਾ ਰੂਟ 7 upon 2। ਇਹਨੂੰ ਅਸੀਂ ਲਿਖਾਂਗੇ ਇੱਕ ਵਾਰੀ ਦੇਖੋ ਪਲੱਸ ਦੇ ਵਿੱਚ 3 + 7 upon 2 ਐਂਡ ਇੱਕ ਵਾਰੀ ਲਿਖ ਦਾਂਗੇ ਅਸੀਂ ਮਾਈਨਸ ਦੇ ਵਿੱਚ। ਸੋ ਆਨਸਰ ਆ ਜਾਊਗਾ ਸਾਡੇ ਕੋਲ ਦੇਖੋ ਇੱਕ ਵਾਰੀ 10 upon 2 ਤੇ ਦੂਜਾ ਆ ਜਾਊਗਾ ਸਾਡੇ ਕੋਲ -4 upon 2। ਕਟਿੰਗ ਕਰਕੇ ਇਹਦਾ ਆਨਸਰ ਆ ਜਾਊਗਾ 5 ਐਂਡ ਦੂਜੇ ਦਾ ਆ ਜਾਊਗਾ ਆਪਣੇ ਕੋਲ -2। ਸੋ ਇੱਕ ਜਿਹੜੀ x ਦੀ ਵੈਲਿਊ ਆਪਣੇ ਕੋਲ ਆ ਗਈ 5 ਐਂਡ ਸੈਕਿੰਡ ਜਿਹੜੀ ਆ ਗਈ ਆਪਣੇ ਕੋਲ -2। ਇਹ ਦਾ ਫਾਈਨਲ ਆਨਸਰ ਹੋਊਗਾ। ਨੈਕਸਟ ਆ ਸਾਡੇ ਕੋਲ ਸਮੀਕਰਨ 3x² - 2x + 1.3 0 ਦੇ ਮੁੱਲਾਂ ਦੀ ਪ੍ਰਕਿਰਤੀ ਦਾ ਪਤਾ ਲਗਾਓ। ਸੇਮ ਉਹੀ ਮਤਲਬ ਕਿ ਫਾਰਮੂਲੇ ਦੇ ਨਾਲ ਤੁਸੀਂ ਸੋਲਵ ਕਰਨਾ ਇਹਨੂੰ। a ਦੀ ਵੈਲਿਊ ਹੈਗੀ ਆਪਣੇ ਕੋਲ 1, b ਦੀ ਵੈਲਿਊ -2, c ਦੀ ਵੈਲਿਊ 1.3। ਸੋ ਉਦਾਂ ਹੀ d ਦਾ ਫਾਰਮੂਲਾ ਲਗਾਵਾਂਗੇ d b² - 4ac। b ਦੀ ਵੈਲਿਊ -2 ਦਾ ਸਕੁਅਰ -4, a ਦੀ ਵੈਲਿਊ ਹੈਗੀ ਆਪਣੇ ਕੋਲ 1, c ਦੀ ਵੈਲਿਊ ਹੈਗੀ ਆ 1.3। -2 ਦਾ ਸਕੁਅਰ ਹੋ ਗਿਆ ਆਪਣੇ ਕੋਲ 4, a ਦੀ ਵੈਲਿਊ ਹੈਗੀ ਆਪਣੇ ਕੋਲ 3, b ਦੀ ਵੈਲਿਊ ਹੈਗੀ ਹੈ -2, c ਦੀ ਵੈਲਿਊ ਹੈਗੀ ਆਪਣੇ ਕੋਲ 1.3। ਸੋ ਇਹ d ਦਾ ਫਾਰਮੂਲਾ ਲਗਾਵਾਂਗੇ b² - 4ac -2 ਦਾ ਸਕੁਅਰ -4, a ਦੀ ਵੈਲਿਊ 3, c ਦੀ ਵੈਲਿਊ 1.3। ਸੋ -2 ਦਾ ਸਕੁਅਰ ਹੋ ਗਿਆ 4 -4, 3 ਨਾਲ 3 ਕੱਟਿਆ ਗਿਆ ਐਂਡ 4 ਚੋਂ 4 ਗਿਆ ਆਪਣੇ ਕੋਲ ਆ ਗਿਆ 0। ਸੋ d ਜਿਹੜਾ ਇਕੁਅਲ 0 ਹੋ ਗਿਆ। ਦੈਨ ਕੀ ਹੋਊਗਾ ਇਹਦੇ ਵਿੱਚ 2 ਇਕੁਅਲ ਰੀਅਲ ਰੂਟਸ। ਨੈਕਸਟ ਫਿਰ ਇਸ ਫਾਰਮੂਲਾ ਲਗਾਵਾਂਗੇ x -b ± √d upon 2a। ਵੈਲਿਊ ਪੁੱਟ ਕਰ ਦਾਂਗੇ ਇਹਦੇ ਵਿੱਚ d ਦੀ ਵੈਲਿਊ 0 ਤਾਂ ਇੱਥੇ 0 ਪੁੱਟ ਕਰ ਦੇਣੀ ਹੈ। a ਦੀ ਵੈਲਿਊ ਹੈਗੀ ਆਪਣੇ ਕੋਲ ਨੀਚੇ 3 ਮਾਈਨਸ ਪਲੱਸ 2 ਪਲੱਸ ਮਾਈਨਸ 0 ਦਾ ਰੂਟ 0 ਹੀ ਨੀਚੇ 6। ਸੋ ਇਸ ਵਾਰੀ ਲਿਖ ਲਾਂਗੇ ਇੱਕ ਵਾਰੀ 2/6 ਪਲੱਸ ਦੇ ਵਿੱਚ, ਕਿਉਂਕਿ ਦੇਖੋ ਇੱਕ ਵਾਰੀ ਜਦ 2 + 0 ਕਰਾਂਗੇ ਤਾਂ ਵੀ 2 ਹੀ ਆਊਗਾ, 2 - 0 ਕਰਾਂਗੇ ਤਾਂ ਵੀ 2 ਹੀ ਆਊਗਾ। ਸੋ ਸੈਕਿੰਡ ਟਾਈਮ ਅਸੀਂ ਲਿਖਾਂਗੇ 2/6। ਕਟਿੰਗ ਕਰਕੇ ਆਪਣੇ ਕੋਲ ਆਨਸਰ ਆ ਜਾਊਗਾ 1.3। ਸੋ ਇਹ ਆਪਣੇ ਕੋਲ ਜਿਹੜੀਆਂ x ਦੀਆਂ ਦੋ ਜਿਹੜੇ ਰੂਟਸ ਆ ਜਾਣਗੇ 1.3 ਐਂਡ 1.3। ਦੈਟ ਇਜ਼ ਅ ਫਾਈਨਲ ਆਨਸਰ। ਨੈਕਸਟ ਹੈ ਜੀ ਆਪਣੇ ਕੋਲ k ਦਾ ਮੁੱਲ ਪਤਾ ਕਰੋ। ਜੇਕਰ ਦੋ ਘਾਤੀ ਸਮੀਕਰਨ 2x² + kx + 3 0 ਦੇ ਮੁੱਲ ਬਰਾਬਰ ਹੋਣ ਆਰ ਇਕੁਅਲ ਹੋਣ, ਦੈਨ ਇਸ ਦੇ ਵਿੱਚ ਵੀ ਸੇਮ ਉਹੀ ਫਾਰਮੂਲਾ d b² - 4ac। b ਦੀ ਵੈਲਿਊ ਆਪਣੇ ਕੋਲ k ਦਾ ਸਕੁਅਰ -4, a ਦੀ ਵੈਲਿਊ 2, c ਦੀ ਵੈਲਿਊ 3, k² - 24 ਇਕੁਅਲ 0। ਦੈਨ k² -24 ਦੂਜੀ ਸਾਈਡ ਜਾਊਗਾ ਤਾਂ ਕੀ ਹੋ ਜਾਊਗਾ ਆਪਣੇ ਕੋਲ ਪਲੱਸ ਦੇ ਵਿੱਚ 24। ਦੈਨ ਜਿਹੜਾ ਸਕੁਅਰ ਹੈ ਦੂਜੀ ਸਾਈਡ ਜਾ ਕੇ ਕੀ ਹੁੰਦਾ ਆਪਣੇ ਕੋਲ ਰੂਟ ਬਣ ਜਾਂਦਾ ਹੈ ਐਂਡ 24 ਦਾ ਰੂਟ ਕੀ ਹੋਊਗਾ ਆਪਣੇ ਕੋਲ 24 ਦਾ ਪਹਿਲਾਂ ਅਸੀਂ ਫੈਕਟਰ ਬਣਾ ਲਾਂਗੇ 2 12 2 6 2 3। ਦੈਨ k ਇਕੁਅਲ ਰੂਟ ਦੇ ਵਿੱਚ ਰੱਖਾਂਗੇ ਇਹਨਾਂ ਨੂੰ 2 × 2 × 2 × 3। ਦੈਨ ਪੇਅਰ ਬਣਾ ਕੇ ਜਿਹੜਾ ਇਹਦਾ ਬਾਹਰ ਕੱਢ ਦਾਂਗੇ ਅਸੀਂ। ਬਾਹਰ ਆ ਜਾਊਗਾ ਆਪਣੇ ਕੋਲ k = 2, ਅੰਦਰ ਕੀ ਰਹਿ ਗਿਆ ਆਪਣੇ ਕੋਲ 2 × 3 6। ਸੋ ਇਹਦਾ ਜਿਹੜਾ ਆਨਸਰ ਆ ਜਾਊਗਾ ਆਪਣੇ ਕੋਲ k = 2√6 ਇਜ਼ ਦਾ ਫਾਈਨਲ ਆਨਸਰ। ਨੈਕਸਟ ਹੈ ਜੀ ਆਪਣੇ ਕੋਲ ਇੱਕ ਸਮਕੋਣ ਤ੍ਰਿਭੁਜ ਦੀ ਉਚਾਈ ਇਸ ਦੇ ਆਧਾਰ ਤੋਂ 7 ਸੈਂਟੀਮੀਟਰ ਘੱਟ ਹੈ। ਜੇਕਰ ਕਰਨ 13 ਸੈਂਟੀਮੀਟਰ ਹੋਵੇ ਤਾਂ ਬਾਕੀ ਦੀ ਭੁਜਾਵਾਂ ਪਤਾ ਕਰੋ। The height of right angle triangle is 7 cm less than from its base if hypotenuse is 13 cm। then find other two side of triangle। ਸੋ ਪਹਿਲਾਂ ਅਸੀਂ ਲਿਖਾਂਗੇ ਇੱਥੇ let base of triangle is equal to x। ਪੰਜਾਬੀ ਵਾਲੇ ਲਿਖ ਸਕਦੇ ਆ ਇੱਥੇ ਮੰਨ ਲਓ ਤ੍ਰਿਭੁਜ ਦਾ ਆਧਾਰ x। ਸੋ ਇੱਥੇ ਲਗਾਵਾਂਗੇ ਅਸੀਂ by Pythagoras theorem। ਮੈਂ ਤੁਹਾਨੂੰ ਇੱਥੇ ਬਣਾ ਕੇ ਵੀ ਦਿਖਾ ਦਿੰਦਾ। ਬੇਸ ਜਿਹੜਾ ਦੇਖੋ ਮੰਨ ਲਓ x ਮੰਨ ਲਿਆ ਸੀ ਤੇ ਕੁਐਸਚਨ 'ਚ ਕਹਿ ਰਿਹਾ ਆਪਣੇ ਕੋਲ ਜਿਹੜੀ ਇਹਦੀ ਹਾਈਟ ਹੈ ਰਾਈਟ ਟ੍ਰਾਇੰਗਲ ਦੀ ਇਹ 7 ਸੈਂਟੀਮੀਟਰ ਲੈਸ ਫਰੋਮ ਇਟਸ
बेस ਤਾਂ ਜਿਹੜੀ ਆਪਣੇ ਕੋਲ ਹਾਈਟ ਹੋਏਗੀ ਹੋਗੀ x - 7 ਤੇ ਹਾਈਪੋਟੈਨਸ ਜਾਨੀ ਕਰਨ ਕਹਿਤਾ ਉਹਨੇ 13 ਸੋ ਇੱਥੇ ਪੁੱਟ ਕਰ ਦਾਂਗੇ ਆਪਣੇ ਕੋਲ ਫਾਰਮੂਲਾ ਹੁੰਦਾ h² = p² + b²। h ਦੀ ਵੈਲਿਊ ਆਪਣੇ ਕੋਲ 13 ਦਾ ਸਕੁਅਰ, p ਦੀ ਵੈਲਿਊ ਹੈਗੀ ਆਪਣੇ ਕੋਲ x - 7 ਦਾ ਸਕੁਅਰ + b ਦੀ ਵੈਲਿਊ x ਦਾ ਸਕੁਅਰ। ਸੋ 13 ਦਾ ਸਕੁਅਰ ਆਪਣੇ ਕੋਲ ਹੋ ਗਿਆ 169। ਇੱਥੇ ਅਸੀਂ ਆਇਡੈਂਟੀ ਪੁੱਟ ਕਰਾਂਗੇ a - b ਦਾ ਹੋਲ ਸਕੁਅਰ = a² + b² - 2ab। ਉਸ ਹਿਸਾਬ ਨਾਲ ਇੱਥੇ ਵੈਲਿਊ ਪੁੱਟ ਕਰ ਦਾਂਗੇ x² + 7 ਦਾ ਸਕੁਅਰ - 2x and 7 plus x², then x² + 7 7 ਦਾ 49 - 14x plus x ਦਾ ਸਕੁਅਰ। x² + x² ਇੱਧਰ ਹੋ ਜਾਊਗਾ ਆਪਣੇ ਕੋਲ 2x²। ਇਹਨੂੰ ਆਪਾਂ ਸੈੱਟ ਕਰਕੇ ਲਿਖ ਲਾਂਗੇ -14x + 49। ਇਹ ਜਿਹੜਾ 169 ਹੈ ਦੂਜੀ ਸਾਈਡ ਜਾ ਕੇ ਕੀ ਹੋ ਜਾਊਗਾ ਆਪਣੇ ਕੋਲ ਮਾਈਨਸ ਦਾ, ਦੈਨ ਅਸੀਂ ਲਿਖਾਂਗੇ 2x² - 14x। ਸੋਲਵ ਕਰਕੇ ਆਨਸਰ ਆਊਗਾ ਸਾਡੇ ਕੋਲ -120। ਇਹਦੇ ਵਿੱਚੋਂ 2 ਅਸੀਂ ਕਾਮਨ ਕੱਢ ਦਾਂਗੇ, ਅੰਦਰ ਰਹਿ ਜਾਊਗਾ ਆਪਣੇ ਕੋਲ x² - 7x - 60 = 0। ਇਹ 2 नीचे चले गया अपने को 0 हो गया। देन ਅਸੀਂ फैक्टर बनावांगे x² - 7x - 60 ਦੇ फैक्टर बन जाएंगे अपने को x² - 12x + 5x - 60। फैक्टर किवें बनाउंदे आ, जो इत्थे फर्स्ट डिजिट लिखिया हुंदा इसदा 1 लिखिया, 1 ਨੂੰ ਲਾਸਟ ਆਏ ਨਾਲ ਮਲਟੀਪਲਾਈ ਕਰਨਾ ਹੁੰਦਾ ਹੈ, 60 ਆ ਗਿਆ ਤਾਂ ਆਪਾਂ 2 ਡਿजिट ਲਿਖਣੇ ਹੁੰਦੇ ਆ ਜਿਹਨੂੰ ਮਲਟੀਪਲਾਈ ਕਰਕੇ 60 ਬਣ ਜੇ और प्लस माइनस ਨਾਲ ਕਰਕੇ ਜੋ ਸੈਂਟਰ ਦੇ ਵਿੱਚ ਲਿਖਿਆ ਹੋਵੇ ਉਹ ਬਣ ਜੇ। ਹੁਣ ਇੱਥੇ 12 ਐਂਡ 5 ਆਪਾਂ ਚੂਜ਼ ਕੀਤੇ, ਮਲਟੀਪਲਾਈ ਕਰਕੇ ਇਹਨਾਂ ਨੂੰ 60 ਬਣਦਾ और देखो प्लस माइनस करके ਆਪਾਂ ਨੂੰ ਬਣਦਾ 7 और ਵੱਡਾ ਡਿजिट ਹੋ ਗਿਆ ਆਪਣੇ ਕੋਲ ਮਾਈਨਸ ਦਾ। ਸੋ ਆਨਸਰ ਵਿੱਚ ਵੀ ਇੱਥੇ ਮਾਈਨਸ ਦਾ ਹੀ ਆਉਣਾ ਚਾਹੀਦਾ। ਜਦ ਅੱਗੇ ਕਾਮਨ ਕਰ ਦਾਂਗੇ ਅਸੀਂ x - 12 ਅੰਦਰ ਰਹਿ ਗਿਆ, ਇੱਧਰ ਵੀ x - 12 ਬ੍ਰੈਕਟ ਆ ਗਈ ਉਹੀ ਸੇਮ। तो बाहर लिखांगे x ਨੂੰ ਕਿਹਦੇ ਨਾਲ ਮਲਟੀਪਲਾਈ ਕਰੀਏ ਕਿ ਆਨਸਰ ਆਪਣੇ ਕੋਲ 5x ਬਣ ਜੇ, ਦੈਨ ਇੱਥੇ ਲਿਖਾਂਗੇ 5। ਦੈਨ ਫਾਈਨਲ ਦੇ ਵਿੱਚ x - 12 ਜਿਹੜੀ ਸੇਮ ਬ੍ਰੈਕਟ ਹੈ ਇਹਨੂੰ ਇੱਕ ਵਾਰੀ ਲਿਖ ਦੇਣਾ ਔਰ ਜੋ ਬਾਹਰ ਡਿजिट ਨੇ ਆਪਣੇ ਕੋਲ ਇੱਕ ਹੈਗਾ ਆਪਣੇ ਕੋਲ x, ਇੱਕ ਹੈਗਾ ਆਪਣੇ ਕੋਲ 5 ਦੇ ਅੱਗੇ ਕਿਹੜਾ ਸਾਈਨ ਆ ਆਪਣੇ ਕੋਲ ਪਲੱਸ ਦਾ, ਦੈਨ ਅਸੀਂ ਇਹਨੂੰ ਇੱਕ ਬ੍ਰੈਕਟ ਦੇ ਵਿੱਚ ਬੰਦ ਕਰ ਦਾਂਗੇ। ਤਾਂ ਲਾਸਟ ਵਿੱਚ ਆਪਾਂ ਇਹਦੀ ਵੈਲਿਊ ਕੱਢ ਦਾਂਗੇ ਵੀ x = 12, ਦੂਜੇ ਪਾਸੇ ਆ ਜਾਊਗੀ x = -5। ਸੋ ਜਿਹੜੀ ਮਾਈਨਸ ਦੇ ਵਿੱਚ ਵੈਲਿਊ ਆਉਂਦੀ ਹੈ ਇਹਨੂੰ ਅਸੀਂ ਲੈਂਦੇ ਨਹੀਂ ਹੁੰਦੇ। ਤਾਂ ਫਾਈਨਲ ਆਨਸਰ ਮੰਨਾਂਗੇ ਅਸੀਂ x = 12। ਇਹਨੂੰ ਪੁੱਟ ਕਰਾਂਗੇ ਜਿਹੜੀ ਅਸੀਂ ਵੈਲਿਊ ਮੰਨੀ ਸੀ x - 7 ਵੀ 12 ਵਿੱਚੋਂ -7 ਕਰ ਦੋਗੇ ਤਾਂ ਆਨਸਰ ਆ ਜਾਊਗਾ ਆਪਣੇ ਕੋਲ 5। ਸੋ ਦੈਨ ਜਿਹੜੀ ਹਾਈਟ ਹੋਊਗੀ ਆਪਣੇ ਕੋਲ 5 ਸੈਂਟੀਮੀਟਰ। ਨੈਕਸਟ ਹੈ ਜੀ ਆਪਣੇ ਕੋਲ AP 38 13 18। ਇਹਦਾ ਕਿੰਨਵਾਂ ਜਿਹੜਾ ਪਾਸ 78 ਹੈ, ਵਿਚ ਟਰਮ ਆਫ AP is 78। ਸਭ ਤੋਂ ਪਹਿਲਾਂ ਆਪਾਂ ਲਿਖਾਂਗੇ A ਦੀ ਵੈਲਿਊ 3, D ਦੀ ਵੈਲਿਊ 5 ਐਂਡ AN ਦੀ ਵੈਲਿਊ ਆਪਣੇ ਕੋਲ 78 ਮੰਨਾਂਗੇ। N ਜਿਹੜਾ ਅਸੀਂ फाइंड करना। फार्मूला लगावांगे an = a + n - 1 d ਦਾ। an ਦੀ ਵੈਲਿਊ 78 = a ਦੀ ਵੈਲਿਊ 3 + n - 1 5। ਸੋ 3 ਜਿਹੜਾ ਇੱਧਰ ਆ ਗਿਆ ਆਪਣੇ ਕੋਲ ਕੀ ਹੋ ਜਾਊਗਾ ਮਾਈਨਸ ਦਾ = ਉਧਰ ਬਚ ਗਿਆ ਆਪਣੇ ਕੋਲ n - 1 5। ਸੋ 75 ਇਹ 5 ਜਿਹੜਾ ਫਿਰ ਨੀਚੇ ਆਊਗਾ ਇੱਧਰ, ਉਧਰ ਰਹਿ ਗਿਆ ਆਪਣੇ ਕੋਲ n - 1 ਕਟਿੰਗ ਹੋ ਗਈ ਆਪਣੇ ਕੋਲ ਇੱਥੇ 15 n - 1 ਜਿਹੜਾ ਇੱਧਰ ਆ ਗਿਆ ਆਪਣੇ ਕੋਲ ਹੋ ਗਿਆ +1 = n। ਸੋ n ਦੀ ਵੈਲਿਊ ਆਪਣੇ ਕੋਲ ਆ ਗਈ 16। ਸੋ ਫਾਈਨਲ ਆਨਸਰ ਇਹ ਤੇ n ਦੀ ਵੈਲਿਊ 16। ਨੈਕਸਟ ਉਸ AP ਦਾ 31ਵਾਂ ਪਦ ਪਤਾ ਕਰੋ ਜਿਸ ਦਾ 11ਵਾਂ ਪਦ 38 ਅਤੇ 16ਵਾਂ ਪਦ 73 ਹੈ। ਫਾਈਂਡ 31st term of AP if 11 term is 38 and 16 term is 73। ਸੋ ਇਸ ਨੂੰ ਸੋਲਵ ਕਰਨਾ ਆਪਾਂ ਪਹਿਲਾਂ ਲਿਖਾਂਗੇ A11 ਅਸੀਂ ਕੀ ਲਿਖ ਸਕਦੇ ਹਾਂ A + 10D = ਇਹਦੀ ਵੈਲਿਊ ਦਿੱਤੀ ਹੋਈ ਹੈ ਆਪਣੇ ਕੋਲ 38। ਸੋ ਸੇਮ ਇਸੇ ਤਰੀਕੇ ਨਾਲ A16 ਅਸੀਂ ਕਿਵੇਂ ਲਿਖ ਸਕਦੇ ਹਾਂ A + 15D = ਇਹਦੀ ਵੈਲਿਊ ਦਿੱਤੀ ਹੈ ਆਪਣੇ ਕੋਲ 73। ਸਾਈਨ ਚੇਂਜ ਕਰ ਦਾਂਗੇ ਇਹਦੇ a ਚੋਂ a ਗਿਆ 0, ਇੱਥੇ ਵੱਜ ਗਿਆ ਆਪਣੇ ਕੋਲ -5d = -35 ਮਾਈਨਸ ਨਾਲ ਮਾਈਨਸ ਕੱਟ ਹੋ ਗਿਆ 5 ਨਾਲ 35 ਕੱਟ ਹੋ ਗਿਆ, d ਦੀ ਵੈਲਿਊ ਆ ਗਈ ਆਪਣੇ ਕੋਲ 7। ਇਹਨਾਂ ਕੁਐਸਚਨ ਨੂੰ ਸੋਲਵ ਕਰਨ ਲਈ ਤੁਸੀਂ ਇੱਕ ਗੱਲ ਯਾਦ ਰੱਖਣੀ ਹੈ, ਜਦੋਂ ਵੀ ਸਾਨੂੰ ਕੋਈ AP ਬਣਾਣੀ ਹੁੰਦੀ ਹੈ ਤਾਂ ਸਾਨੂੰ ਇੱਕ a ਦੀ ਵੈਲਿਊ ਚਾਹੀਦੀ ਹੈ, ਦੈਨ ਇੱਕ d ਦੀ ਵੈਲਿਊ ਚਾਹੀਦੀ ਹੈ, ਤਾਂ AP ਜਿਹੜੀ ਹੈ ਕੰਪਲੀਟ ਅਸੀਂ ਬਣਾ ਸਕਦੇ ਹਾਂ। ਦੈਨ ਪੁੱਟ d = 7 ਇਨ ਇਕੁਏਸ਼ਨ ਫਸਟ। ਤੁਸੀਂ ਫਸਟ 'ਚ ਪੁੱਟ ਕਰ ਲਓ, ਸੈਕੰਡ ਪੁੱਟ ਕਰ ਲਓ, ਆਨਸਰ ਸੇਮ ਹੀ ਆਊਗਾ। ਜਿਵੇਂ ਅਸੀਂ ਇਹਦੇ ਵਿੱਚ ਫਸਟ ਇਕੁਏਸ਼ਨ ਦੇ ਵਿੱਚ ਪੁੱਟ ਕਰਦੇ ਹਾਂ a + 10d ਦੀ ਵੈਲਿਊ 7 = 38। ਸੋ a + 77 = 38, then a + 70 = 38 and a = 38
8 ਇਹ ਜਿਹੜਾ 70 ਦੂਜੀ ਸਾਈਡ ਜਾ ਕੇ ਮਾਈਨਸ ਹੋ ਜਾਊਗਾ -77 ਦੈਨ a ਦੀ ਵੈਲਿਊ ਆ ਜਾਊਗੀ ਆਪਣੇ ਕੋਲ -32। ਹੁਣ ਅਸੀਂ ਸੇਮ ਵੈਲਿਊ ਨੂੰ ਪੁੱਟ ਕਰਾਂਗੇ। ਅਸੀਂ ਫਾਈਂਡ ਕਰਨਾ ਸੀਗਾ a 31 ਸੋ a 31 ਨੂੰ ਅਸੀਂ ਲਿਖ ਸਕਦੇ ਹਾਂ a + 30d ਇਹਦੀ ਵੈਲਿਊ ਪੁੱਟ ਕਰ ਦਾਂਗੇ ਇੱਥੇ a ਦੀ ਵੈਲਿਊ ਆਪਣੇ ਕੋਲ ਆ ਗਈ ਸੀਗੀ 32 ਐਂਡ 30 ਐਂਡ d ਦੀ ਵੈਲਿਊ 7 ਸੋ -32 + 210 ਪਲੱਸ ਮਾਈਨਸ ਮਾਈਨਸ फाइनल आंसर अपने को 831 दी वैल्यू आ जाएगी 178 सो इट इज द फाइनल आंसर। नेक्स्ट क्वेश्चन अपने को और जां दे विच 8 ਦੇ ਪਹਿਲੇ ਗੁਣਜਾਂ ਦਾ ਜੋੜਫਲ ਪਤਾ ਕਰੋ। ਫਾਈਂਡ ਦਾ ਸਮ ਆਫ ਫਸਟ 15 ਮਲਟੀਪਲ ਆਫ 8। ਫਸਟ 15 ਮਲਟੀਪਲ ਦਾ ਮਤਲਬ ਕੀ ਹੈ ਕਿ ਤੁਸੀਂ ਮਤਲਬ ਕਿ 8 ਦਾ ਟੇਬਲ ਲਿਖਣਾ 15 ਤੱਕ ਤੇ ਉਹਦਾ ਜੋ ਵੀ ਉਹਨਾਂ ਦਾ ਆਨਸਰ ਆਊਗਾ ਉਹਨਾਂ ਨੂੰ ਪਲੱਸ ਕਰਕੇ ਕੀ ਆਨਸਰ ਬਣਦਾ ਤੁਸੀਂ ਉਹ ਇੱਥੇ ਦੱਸਣਾ ਵਾ। ਸੋ ਇਹਦੇ ਲਈ ਅਸੀਂ ਏਪੀ ਬਣਾਵਾਂਗੇ 8 ਦਾ 8 8 ਦਾ 16 8 3 ਦਾ 24 ਦੈਨ ਫਾਈਨਲ ਦੇ ਵਿੱਚ 8 ਨੂੰ 15 ਨਾਲ ਮਲਟੀਪਲਾਈ ਕਰਕੇ ਆਪਣੇ ਕੋਲ ਆਨਸਰ ਆ ਜਾਊਗਾ 120। ਸੋ a ਦੀ ਵੈਲਿਊ ਆਪਣੇ ਕੋਲ ਹੈਗੀ ਹੈ 8 d ਦੀ ਵੈਲਿਊ ਆਪਣੇ ਕੋਲ ਉਹ ਵੀ ਬਣ ਜੂਗੀ ਇੱਥੇ 8 S15 ਜਿਹੜੀ ਅਸੀਂ ਫਾਈਂਡ ਕਰਨੀ ਹੈ। ਸੋ ਇੱਥੇ ਫਾਰਮੂਲਾ ਲਗਾਵਾਂਗੇ Sn = n/2 2a + n - 1d n ਦੀ ਵੈਲਿਊ ਫਿੱਟ ਕਰਾਂਗੇ ਇੱਥੇ 15/2 ਤੇ ਬ੍ਰੈਕਟ ਦੇ ਵਿੱਚ 2a ਦੀ ਵੈਲਿਊ 8 + 15 - 1 d ਦੀ ਵੈਲਿਊ 8 15/2 8 ਦਾ 16 + 14 ਮਲਟੀਪਲਾਈ 8 ਦੈਨ ਫਿਰ 15/2 ਮਲਟੀਪਲਾਈ 16 प्लस 14 ਨੂੰ 8 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਆਨਸਰ ਆ ਜਾਊਗਾ 112 ਨੂੰ ਅਸੀਂ 16 ਦੇ ਨਾਲ ਪਲੱਸ ਕਰ ਦਾਂਗੇ ਪਹਿਲਾਂ ਸੋ 15/2 ਮਲਟੀਪਲਾਈ ਪਲੱਸ ਕਰਕੇ ਆਪਣੇ ਕੋਲ ਆਨਸਰ ਆ ਜਾਊਗਾ 128 2 ਨਾਲ ਇਹਦੀ ਕਟਿੰਗ ਹੋ ਜਾਊਗੀ 2 6 ਦਾ 2 4 ਦਾ ਸੋ ਮਲਟੀਪਲਾਈ ਕਰਕੇ ਇਹਨੂੰ ਆਨਸਰ ਆਊਗਾ ਆਪਣੇ ਕੋਲ 960 ਸੋ ਫਾਈਨਲ ਆਨਸਰ ਹੋ ਜਾਊਗਾ ਆਪਣੇ ਕੋਲ 960। ਨੈਕਸਟ ਆਪਣੇ ਕੋਲ ਫਾਈਂਡ ਸਮ 31 + 32 + 30 ਪਲੱਸ ਲਾਸਟ ਦੇ ਵਿੱਚ ਫਿਰ 10 ਹੈ ਸੋ a ਦੀ ਵੈਲਿਊ ਆਪਣੇ ਕੋਲ ਹੈਗੀ ਆ 31 d ਦੀ ਵੈਲਿਊ ਹੈਗੀ ਆਪਣੇ ਕੋਲ 1 an ਦੀ ਵੈਲਿਊ ਅਸੀਂ ਮੰਨਾਂਗੇ 10 ਜੋ ਸਾਡੇ ਕੋਲ ਲਾਸਟ ਵਿੱਚ ਦਿੱਤਾ ਹੈ ਐਂਡ n ਅਸੀਂ ਫਾਈਂਡ ਕਰਨਾ। ਸੋ ਇੱਥੇ ਫਾਰਮੂਲਾ ਲਗਾਵਾਂਗੇ an = a + n - 1d ਵੈਲਿਊ ਪੁੱਟ ਕਰ ਦਾਂਗੇ ਇੱਥੇ 10 = a ਦੀ ਵੈਲਿਊ 31 + n ਦੀ ਵੈਲਿਊ ਅਸੀਂ ਫਾਈਂਡ ਕਰਨੀ ਹੈ d ਦੀ ਵੈਲਿਊ 1 ਇਹ 31 ਜਿਹੜਾ ਇਸ ਸਾਈਡ ਆ ਜਾਊਗਾ ਆਪਣੇ ਕੋਲ ਕੀ ਹੋ ਜਾਊਗਾ ਮਾਈਨਸ ਦਾ = n - 1 ਸੋ 1 ਨੂੰ ਆਪਾਂ ਇਹਦੇ ਨਾਲ ਕੀਤਾ ਤਾਂ ਆਪਣਾ ਉਹੀ ਆਨਸਰ ਆਊਗਾ। ਇੱਥੇ ਵੈਲਿਊ ਆ ਜਾਊਗਾ ਆਪਣੇ ਕੋਲ -21 = n - 1 then -21 ਇਹ -1 ਦੂਜੀ ਸਾਈਡ ਜਾ ਕੇ ਆਪਣੇ ਕੋਲ ਹੋ ਜਾਊਗਾ ਪਲੱਸ ਦਾ = n ਪਲੱਸ ਮਾਈਨਸ ਮਾਈਨਸ ਸੋ n ਦੀ ਵੈਲਿਊ ਆਪਣੇ ਕੋਲ ਫਾਈਨਲ ਦੇ ਵਿੱਚ ਆ ਜਾਊਗੀ -20 ਸੋ ਇਹਦਾ ਕੀ ਹੋਊਗਾ ਆਪਣੇ ਕੋਲ ਫਾਈਨਲ ਆਨਸਰ। ਨੈਕਸਟ ਹੈ ਜੀ ਆਪਣੇ ਕੋਲ ਸੈਕਸ਼ਨ ਡੀ ਜਿਹਦੇ ਵਿੱਚ ਤੁਹਾਡੇ ਕੋਲ 6 ਨੰਬਰ ਵਾਲੇ ਕੁਐਸਚਨ ਹੋਣਗੇ। ਇਹਦੇ ਵਿੱਚ ਫਸਟ ਕੁਐਸਚਨ ਆਪਣੇ ਕੋਲ ਪਤਾ ਕਰੋ ਕਿ ਰੇਖੀ ਸਮੀਕਰਨ 3x + 2y = 5 2x - 3y = 7 ਦਾ ਜੋੜਾ संगत है या असंगत। फाइंड आउट वेदर पेयर ऑफ लीनियर इक्वेशन 3x + 2y = 5 2x - 3y = 7 is consistent also solve it। ਇਹਦੇ ਵਿੱਚ ਅਸੀਂ ਵੈਲਿਊ ਪੁੱਟ ਕਰ ਦਾਂਗੇ a1 ਦੀ ਵੈਲਿਊ ਇਹਦੇ ਵਿੱਚ ਅਸੀਂ ਵੈਲਿਊ ਪੁੱਟ ਕਰਾਂਗੇ a1 ਦੀ ਵੈਲਿਊ ਆਪਣੇ ਕੋਲ 3 a2 ਦੀ 2 ਦੈਨ b1 ਦੀ 2 b2 ਦੀ ਹੈਗੀ ਆਪਣੇ ਕੋਲ -3 c1 ਦੀ 5 c2 ਦੀ 7 ਸੋ ਜਿਹੜਾ ਪਹਿਲਾਂ ਹੀ ਆਪਣੇ ਕੋਲ ਇੱਥੇ ਨੋਟ ਇਕੁਅਲ ਹੋ ਗਿਆ। ਸੋ ਨੋਟ ਇਕੁਅਲ ਹੋਣ ਦਾ ਮਤਲਬ ਕੀ ਹੋਇਆ ਆਪਣੇ ਕੋਲ ਜਿਹੜੀ ਲਾਈਨਾਂ ਹੈਗੀਆਂ ਆਪਣੇ ਕੋਲ ਇਹ ਕੰਸਿਸਟੈਂਟ ਹੋ ਗਈਆਂ ਯਾਨੀ ਸੰਗਤ ਹੋ ਗਈਆਂ। ਨੈਕਸਟ ਕੁਐਸਚਨ ਆਪਣੇ ਕੋਲ ਜੇਕਰ ਅਸੀਂ ਅੰਸ਼ ਵਿੱਚ 1 ਜੋੜ ਦਈਏ ਤੇ ਹਰ ਵਿੱਚੋਂ 1 ਘਟਾ ਦਈਏ ਤਾਂ ਭਿੰਨ 1 ਵਿੱਚ ਬਦਲ ਜਾਂਦੀ ਹੈ। ਸਿਰਫ ਹਰ ਵਿੱਚ 1 ਜੋੜ ਦਈਏ ਤਾਂ ਭਿੰਨ 1/2 ਬਣ ਜਾਂਦੀ ਹੈ। ਤਾਂ ਭਿੰਨ ਪਤਾ ਕਰੋ if 1 is added in numerator and 1 is subtracted from denominator then fraction becomes 1 and if only 1 is added in denominator then it becomes 1/2 find out the fraction। so ਇਹਦੇ ਵਿੱਚ ਅਸੀਂ ਪਹਿਲਾਂ ਲਿਖਾਂਗੇ let n = x and d = y। so ਪੰਜਾਬੀ ਚ ਅਸੀਂ ਲਿਖਾਂਗੇ ਮੰਨ ਲਓ ਅੰਸ਼ = x and ਹਰ = y। so fraction ਕੀ ਹੁੰਦੀ ਹੈ ਆਪਣੇ ਕੋਲ x/y ਬਣ ਜੂਗੀ यानी भिन्न हो जाऊगा अपने कोल x/y। सो अकॉर्डिंग टू क्वेश्चन सब तो पहला देखो की कह रहा है if 1 is added in numerator जेकर ਅਸੀਂ अंश ਵਿੱਚ 1 ਜੋੜ ਦਈਏ अंश ਅਸੀਂ ਮੰਨ ਲਿਆ x then x ਦੇ ਵਿੱਚ ਅਸੀਂ ਕਰ ਦਈਏ +1 ਐਂਡ ਫਿਰ ਕੀ ਕਰ ਰਿਹਾ ਦੇਖੋ ਹਰ ਵਿੱਚੋਂ 1 ਘਟਾ ਦਈਏ 1 is subtracted from denominator ਅਸੀਂ ਮੰਨਿਆ y
ਦੈਨ y ਦੇ ਵਿੱਚੋਂ -1 ਕਰ ਦੋ। ਸੋ ਇਜ਼ੀਕਲ ਟੂ ਕੀ ਬਣ ਕੇ ਆਊਗਾ ਆਪਣੇ ਕੋਲ, ਕਹਿੰਦਾ 1 ਬਣ ਕੇ ਆਊਗਾ। ਸੋ ਇੱਥੇ 1 ਲਿਖ ਦੋ, ਇਹਦੇ ਨੀਚੇ ਕੁਝ ਨਹੀਂ ਤਾਂ ਫਿਰ 1 ਇਹਨੂੰ ਕ੍ਰੋਸ ਕਰ ਦੋ। x + 1 ਇਜ਼ੀਕਲ ਟੂ y - 1 x ਜਿਹੜਾ y ਆਪਣੇ ਕੋਲ ਇਸ ਸਾਈਡ ਆ ਜਾਊਗਾ, ਹੋ ਜਾਊਗਾ ਮਾਈਨਸ ਦਾ ਇਜ਼ੀਕਲ ਟੂ -1। ਇਹ ਜਿਹੜਾ +1 ਹੈ ਦੂਜੀ ਸਾਈਡ ਹੋ ਜਾਊਗਾ ਜਾ ਕੇ ਮਾਈਨਸ ਦਾ। ਦੈਨ ਸਾਡੇ ਕੋਲ ਇਕੁਏਸ਼ਨ ਬਣ ਜੂਗੀ x - y ਇਜ਼ੀਕਲ ਟੂ -2। ਇਹ ਆਪਣੇ ਕੋਲ ਬਣ ਜੂਗੀ ਇੱਥੇ ਫਸਟ ਇਕੁਏਸ਼ਨ। ਸੈਕਿੰਡ ਵੀ ਆਪਾਂ ਦੇਖਦੇ ਕੀ ਲਿਖਣਾ ਹੁਣ। ਕਹਿੰਦਾ ਜੇਕਰ ਸਿਰਫ ਹਰ ਵਿੱਚ ਇੱਕ ਜੋੜ ਦਈਏ, ਇਫ ਓਨਲੀ 1 ਇਜ਼ ਐਡਡ ਇਨ ਡਿਨੋਮੀਨੇਟਰ। ਹੁਣ y ਜਿਹੜਾ ਹਰ ਹੈ, ਨੀਚੇ ਜਿਹੜਾ y ਹੈ ਉਹ ਡਿਨੋਮੀਨੇਟਰ ਹੈ, ਇਹਦੇ ਵਿੱਚ ਇੱਕ ਜੋੜ ਦੋ। ਉੱਪਰ ਕੀ ਆ ਆਪਣੇ ਕੋਲ, ਨਿਊਮੀਨੇਟਰ ਦੇ ਵਿੱਚ ਕੀ ਕਰਨਾ ਹੈ, ਨਿਊਮੀਨੇਟਰ ਦੇ ਵਿੱਚ ਇਹਨੇ ਕੁਝ ਨਹੀਂ ਕਿਹਾ ਕਰਨ ਨੂੰ, ਤਾਂ ਉੱਪਰ ਸੇਮ ਇਸ ਤਰੀਕੇ ਨਾਲ x ਲਿਖ ਲਓ। ਸੋ ਇਜ਼ੀਕਲ ਟੂ ਕੀ ਬਣ ਜਾਊਗਾ ਆਪਣੇ ਕੋਲ 1/2। ਦੈਨ ਇਹਨੂੰ ਕ੍ਰੋਸ ਕਰ ਦੋ, 2x ਇਜ਼ੀਕਲ ਟੂ y + 1 2x - y ਇਜ਼ੀਕਲ ਟੂ 1। ਇਹ ਆਪਣੇ ਕੋਲ ਬਣ ਜੂਗੀ ਜੀ ਇੱਥੇ ਸੈਕਿੰਡ ਇਕੁਏਸ਼ਨ। ਦੈਨ ਜਿਹੜੀ ਆਪਣੇ ਕੋਲ ਇਕੁਏਸ਼ਨ ਬਣ ਕੇ ਆਈਆਂ, ਇਹਨੂੰ ਅਸੀਂ ਕਰ ਦਾਂਗੇ ਹੁਣ ਐਲੀਮੀਨੇਸ਼ਨ ਮੈਥਡ ਦੇ ਨਾਲ। ਐਲੀਮੀਨੇਸ਼ਨ ਮੈਥਡ ਨਾਲ ਕੀ ਹੁੰਦਾ, ਸਾਈਨ ਚੇਂਜ ਹੋ ਜਾਣਗੇ, ਨੀਚੇ ਵਾਲੇ ਦੇ ਜਿਹੜੇ ਸਾਈਨ ਹੈ ਚੇਂਜ ਕਰ ਦੇਣੇ ਆ। ਸੋ 2x ਦੇ ਵਿੱਚੋਂ 1x ਮਾਈਨਸ ਕੀਤਾ ਤਾਂ ਆਪਣੇ ਕੋਲ ਆ ਗਿਆ -1x, ਵੱਡੇ ਕੇ ਸਾਈਨ ਮਾਈਨਸ ਦਾ ਸੀਗਾ। ਸੋ + y ਇੱਥੇ ਖਤਮ ਹੋ ਗਿਆ। ਸੋ ਇਹ -2 ਐਂਡ ਮਾਈਨਸ ਦਾ 1 ਬਣ ਗਿਆ ਇੱਥੇ, ਤਾਂ ਆਪਣੇ ਕੋਲ ਆਨਸਰ ਆ ਗਿਆ -+ ਸੋ -3। ਦੈਨ ਜਿਹੜਾ ਇੱਥੇ ਮਾਈਨਸ ਜਿਹੜੇ ਆ ਖਤਮ ਹੋ ਗਏ, ਤਾਂ x ਦੀ ਵੈਲਿਊ ਆ ਗਈ ਆਪਣੇ ਕੋਲ 3। ਦੈਨ ਅਸੀਂ ਕੀ ਕਰਾਂਗੇ ਤੇ ਫਾਈਨਲ ਦੇ ਵਿੱਚ ਪੁੱਟ x ਇਜ਼ੀਕਲ ਟੂ 3 ਇਨ ਇਕੁਏਸ਼ਨ ਫਸਟ। ਤੁਸੀਂ ਕਿਸੇ ਵਿੱਚ ਵੀ ਪੁੱਟ ਕਰ ਸਕਦੇ ਹੋ। x - y ਇਜ਼ੀਕਲ ਟੂ -2 ਜਿਹੜੀ ਸਾਡੇ ਕੋਲ ਫਸਟ ਇਕੁਏਸ਼ਨ ਬਣ ਕੇ ਆਈ ਸੀ, ਇਹਦੇ ਵਿੱਚ ਵੈਲਿਊ ਪੁੱਟ ਕਰ ਦਾਂਗੇ। x ਦੀ ਵੈਲਿਊ ਆਪਣੇ ਕੋਲ ਆਈ 3 -y ਇਜ਼ੀਕਲ ਟੂ -2 ਦੈਨ -y ਇਜ਼ੀਕਲ ਟੂ -2 3 ਉਧਰ ਜਾ ਕੇ ਕੀ ਹੋ ਗਿਆ ਆਪਣੇ ਕੋਲ ਮਾਈਨਸ ਦਾ। ਸੋ -y ਇਜ਼ੀਕਲ ਟੂ -5 ਮਾਈਨਸ ਦਾ ਮਾਈਨਸ ਖਤਮ ਹੋ ਗਿਆ। ਸੋ y ਦੀ ਵੈਲਿਊ ਆ ਗਈ ਆਪਣੇ ਕੋਲ 5। ਸੋ ਫਾਈਨਲ ਦੇ ਵਿੱਚ ਦੇਖ ਲਓ ਵੀ x ਦੀ ਵੈਲਿਊ 3 ਐਂਡ y ਦੀ ਵੈਲਿਊ 5। ਨੈਕਸਟ ਆ ਕੁਐਸਚਨ ਆਪਣੇ ਕੋਲ, ਕਿਸੇ ਤ੍ਰਿਭੁਜ ਵਿੱਚ ਇੱਕ ਭੁਜਾ ਤੇ ਸਮਾਨਾਂਤਰ ਰੇਖਾ ਖਿੱਚੀ ਜਾਵੇ ਤਾਂ ਉਹ ਬਾਕੀ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ ਵਿੱਚ ਵੰਡਦੀ ਹੈ। If a line is drawn parallel to one side of a triangle to intersect the other two sides in distinct point, the other two sides are divided in the same ratio। ਸੋ ਇਹ ਕੀ ਬਣ ਗਈ ਸਾਡੇ ਕੋਲ ਇੱਕ ਥਿਓਰਮ ਹੁੰਦੀ ਹੈ BPD ਥਿਓਰਮ, ਬੇਸਿਕ ਪ੍ਰੋਪੋਰਸ਼ਨਲ ਥਿਓਰਮ, ਜਿਸ ਨੂੰ ਅਸੀਂ ਥੇਲਸ ਥਿਓਰਮ ਵੀ ਜਿਹੜੀ ਕਹਿ ਦਿੰਦੇ ਆ। 6.1 ਦੀ ਜਿਹੜੀ ਥਿਓਰਮ ਹੈ ਇਹ। ਸੋ ਇਸ ਸਿੱਕੇ ਦੀ ਮੈਂ ਇੱਥੇ ਡਾਇਗਰਾਮ ਬਣਾਈ ਹੈ, ਜਿਸ ਦੇ ਵਿੱਚ ਮੈਂ ਐਂਗਲ ਦੇ ਜਿਹੜੇ ਨਾਮ ਦਿੱਤੇ ਨੇ। ਸੋ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਇਨ ਟ੍ਰਾਇੰਗਲ ABC। ਉਹਦੇ ਵਿੱਚ ਕੀ ਹੈ, DE ਜਿਹੜੀ ਪੈਰਲਲ ਹੈ ਉਹ BC ਹੈ, ਇਹ DE ਹੈ, ਪੈਰਲਲ ਜਿਹੜੀ ਆ BC ਦੇ ਆ। ਪ੍ਰੂਵ ਅਸੀਂ ਕੀ ਕਰਨਾ, AD/DB ਇਕੁਅਲ AE/EC। ਸੋ ਇੱਥੇ ਲਿਖਾਂਗੇ ਅਸੀਂ ਪ੍ਰੂਫ। ਦੈਨ ਅਸੀਂ ਕਰਾਂਗੇ ਸਟਾਰਟ ਟ੍ਰਾਇੰਗਲ ABC ਐਂਡ ਟ੍ਰਾਇੰਗਲ ADE। ਪਹਿਲਾਂ ਅਸੀਂ ਦੇਖਾਂਗੇ, ਦੇਖੋ ABC ਐਂਡ ADE, ਇਹਦੇ ਵਿੱਚ ਕੀ ਹੈ, ਐਂਗਲ 1 ਇਕੁਅਲ ਐਂਗਲ 2, ਐਂਗਲ 1 ਐਂਡ ਐਂਗਲ 2 ਇਹ ਕੀ ਨੇ ਆਪਣੇ ਕੋਲ ਇਕੁਅਲ ਹੋ ਜਾਣਗੇ। ਕਿਉਂ ਇਕੁਅਲ ਹੋ ਜਾਣਗੇ, ਕੋਰਸਪੋਂਡਿੰਗ। ਕਿਉਂ ਇਕੁਅਲ ਹੋ ਜਾਣਗੇ ਇਹ, ਕੋਰਸਪੋਂਡਿੰਗ ਐਂਗਲਸ। ਦੈਨ ਆਪਣੇ ਕੋਲ ਐਂਗਲ 3 ਇਕੁਅਲ ਐਂਗਲ 4, ਇਹ ਵੀ ਸੇਮ ਜਿਹੜੀ ਆ ਕੋਰਸਪੋਂਡਿੰਗ ਐਂਗਲ, ਜਿਸ ਨੂੰ ਪੰਜਾਬੀ ਚ ਅਸੀਂ ਕਹਿ ਦਿੰਦੇ ਆ ਸੰਗਤ ਕੋਣ। ਦੈਨ ਐਂਗਲ 5 ਇਕੁਅਲ ਐਂਗਲ 5, ਆ ਜਿਹੜਾ ਐਂਗਲ 5 ਹੈ ਇਹ ਦੋਨਾਂ ਦੇ ਵਿੱਚ ਕੀ ਆ ਆਪਣੇ ਕੋਲ ਕਾਮਨ। ਪਹਿਲਾਂ ਜਿਹੜਾ ਅਸੀਂ ਪੜ੍ਹ ਕੇ ਆਏ ਉੱਪਰ ਕਿ ਜਿਵੇਂ ਦੋ ਟ੍ਰਾਇੰਗਲ ਹੋਣ ਤਾਂ ਜਦੋਂ ਕਿਸੇ ਐਂਗਲ ਦੇ ਜਿਹੜੇ 3 ਐਂਗਲ ਹੁੰਦੇ ਆ ਉਹ ਕਿਸੇ ਦੂਸਰੇ ਐਂਗਲ ਦੇ ਜਿਹੜੇ 3 ਐਂਗਲ ਦੇ ਕੋਰਸਪੋਂਡਿੰਗ ਐਂਗਲ ਦੇ ਇਕੁਅਲ ਹੋ ਜਾਂਦੇ ਆ, ਤਾਂ ਕੀ ਹੁੰਦੇ ਆ, ਦੋਨੋਂ ਟ੍ਰਾਇੰਗਲ ਜਿਹੜੇ ਆ ਉਹ ਸਿਮਿਲਰ ਹੋ ਜਾਂਦੇ ਆ। ਸੋ ਦੈਨ ਕੀ ਹੋਇਆ ਆਪਣੇ ਕੋਲ, ਜਿਹੜੇ ਅਸੀਂ ਟ੍ਰਾਇੰਗਲ ਲਏ ਸੀਗੇ ਕੀ ਹੋ ਗਿਆ ਆਪਣੇ ਕੋਲ, ट्रायंगल ABC सिमिलर ट्रायंगल ADE। सो ਇਹਦਾ ਰੀਜ਼ਨ ਦੇ ਦਾਂਗੇ ਅਸੀਂ BPT ਬਾय ਜਿਹੜਾ ਹੈਗਾ BPT ਬੇਸਿਕ ਪ੍ਰੋਪੋਰਸ਼ਨਲ ਥਿਓਰਮ ਦੇ ਨਾਲ ਇਹ ਸਿਮਿਲਰ ਹੋ ਗਏ। ਜੇ ਐਂਗਲ ਜਿਹੜੇ ਜੇ ट्रायंगल सिमिलर हो गए ਤਾਂ ਜਿਹੜੀ ਸਾਈਡ ਉਹਨਾਂ ਦੀਆਂ ਸੇਮ ਪ੍ਰੋਪੋਰਸ਼ਨਲ ਚ ਹੋ ਗਈਆਂ। सो दैन की हो गया अपने को AB/AD इक्वल AC/AE। सो दैन ਅਸੀਂ ਕਰਾਂਗੇ ਇਹਦੇ ਵਿੱਚੋਂ AB/AD ਵਿੱਚੋਂ ਅਸੀਂ ਕੀ ਕਰ ਦਾਂਗੇ -1 ਇਕੁਅਲ AC/AE। ਇਹਦੇ ਵਿੱਚੋਂ ਵੀ ਕਰਾਂਗੇ ਅਸੀਂ -1। ਸੋ ਇਹਦੇ ਨੀਚੇ ਕੁਝ ਨਹੀਂ 1 ਲਗਾਓ, ਇਹਦੇ ਨੀਚੇ ਕੁਝ ਵੀ 1 ਲਗਾਓ, LCM ਲੋ AD। ਉੱਪਰ ਆ ਗਿਆ ਆਪਣੇ ਕੋਲ AB -AD, ਦੂਜੀ ਸਾਈਡ ਆ ਗਿਆ ਆਪਣੇ ਕੋਲ LCM ਲੈ ਕੇ AE। ਉੱਪਰ ਆ ਗਿਆ ਆਪਣੇ ਕੋਲ AC ਇਕੁਅਲ, ਉੱਪਰ ਆ ਗਿਆ ਸਾਡੇ ਕੋਲ AC
AE। ਸੋ ਦੇਖੋ A ਐਂਡ B ਦੇ ਵਿੱਚੋਂ ਟੋਟਲ ਦੇ ਵਿੱਚੋਂ ਅਸੀਂ AD ਜਿਹੜੀ ਆ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਕੀ ਬਚ ਗਿਆ, ਆਪਣੇ ਕੋਲ DB। ਸੋ ਇੱਥੇ ਲਿਖਾਂਗੇ ਅਸੀਂ DB upon AD ਇਕੁਅਲ AC ਦੇ ਵਿੱਚੋਂ ਜੇ ਅਸੀਂ ਮਾਈਨਸ ਕਰ ਦਾਂਗੇ AE ਨੂੰ ਤਾਂ ਆਪਣੇ ਕੋਲ ਕੀ ਬਚੂਗਾ EC upon AE। ਸੋ ਅਸੀਂ ਇਹਨੂੰ ਲਿਖ ਸਕਦੇ ਹਾਂ, ਉਲਟਾ ਵੀ ਲਿਖ ਸਕਦੇ ਹਾਂ, AD upon DB ਇਕੁਅਲ AE upon EC। ਸੋ ਇਹੀ ਜਿਹੜਾ ਅਸੀਂ ਇੱਥੇ ਪ੍ਰੂਫ ਕਰਨਾ ਸੀ। ਨੈਕਸਟ ਆਪਣੇ ਕੋਲ ABCD ਇੱਕ ਸਮਲੰਬ ਚਤੁਰਭੁਜ ਹੈ ਜਿਸ ਵਿੱਚ AB ਪੈਰਲਲ DC ਜਿਸ ਦੇ ਵਿਕਰਨ ਆਪਸ ਵਿੱਚ O ਤੇ ਕੱਟਦੇ ਹਨ। ਦਿਖਾਓ ਕਿ AO upon BO and CO upon DO। ABCD is a trapezium quadrilateral where AB parallel DC diagonals also intersect at point O। show that। so given ਲਿਖਾਂਗੇ ਪਹਿਲਾਂ ਸਾਡੇ ਕੋਲ ਹੈਗਾ ABCD is a trapezium and AB parallel ਹੈਗੀ ਆਪਣੇ ਕੋਲ DC ਦੇ। ਪ੍ਰੂਵ ਅਸੀਂ ਕਰਨਾ ਹੈ AO upon BO equal CO upon DO। ਕੰਸਟਰਕਸ਼ਨ ਅਸੀਂ ਕਰ ਲੈਣੀ ਹੈ। ਇੱਥੇ ਸੈਂਟਰ ਦੇ ਵਿੱਚੋਂ ਇੱਕ ਲਾਈਨ ਮਾਰ ਦਾਂਗੇ, ਇਹਨੂੰ ਨਾਮ ਦੇ ਦਿੰਦੇ ਇੱਥੇ E and F। ਇੱਥੇ ਲਿਖਾਂਗੇ ਅਸੀਂ ਫਿਰ ਡਰਾ EF parallel AB। EF ਜਿਹੜੀ ਹੈ ਉਹ AB ਦੇ ਪੈਰਲਲ ਹੋਗੀ ਐਂਡ EF parallel CD। ਤੇ EF ਜਿਹੜੀ ਆ ਉਹ AB ਦੇ ਪੈਰਲਲ ਹੋਗੀ ਤਾਂ EF ਜਿਹੜੀ ਸਾਈਡ ਆ ਉਹ CD ਦੇ ਵੀ ਪੈਰਲਲ ਹੋ ਜੂਗੀ। ਦੈਨ ਅਸੀਂ ਕਰਾਂਗੇ ਇੱਥੇ ਪ੍ਰੂਫ, ਤਾਂ ਲਿਖਾਂਗੇ ਇੱਥੇ ਇਨ ਟ੍ਰਾਇੰਗਲ ADC। ਆਪਾਂ ਪਹਿਲਾਂ ਇਹ ਟ੍ਰਾਇੰਗਲ ਲਵਾਂਗੇ ADC। ਇਹਦੇ ਵਿੱਚ ਕੀ ਹੈ EO ਆ ਜਿਹੜੀ EO ਸਾਈਡ ਹੈ ਇਹ ਪੈਰਲਲ ਕਿਹਦੇ ਹੈ DC ਦੇ। EO ਪੈਰਲਲ DC ਫਿਰ ਕੀ ਹੋ ਜਾਊਗਾ ਆਪਣੇ ਕੋਲ AE upon ED ਇਕੁਅਲ AO upon OC। ਇਹ ਕੀ ਹੋਊਗਾ ਆਪਣੇ ਕੋਲ ਬੇਸਿਕ ਪ੍ਰੋਪੋਰਸ਼ਨਲ ਥਿਓਰਮ ਦੇ ਦੁਆਰਾ। ਫਿਰ ਇਸ ਤੋਂ ਅੱਗੇ ਲਿਖਾਂਗੇ ਅਸੀਂ ਇਨ ਟ੍ਰਾਇੰਗਲ ADB EO ਪੈਰਲਲ AB AE upon ED ਇਕੁਅਲ BO upon OD। ਇਹ ਵੀ ਹੋ ਜਾਊਗਾ ਆਪਣੇ ਕੋਲ ਬਾਏ BPT। ਇਹ ਆਪਣੇ ਕੋਲ ਸੈਕਿੰਡ ਬਣ ਜੂਗੀ, ਇਹ ਆਪਣੇ ਕੋਲ ਫਸਟ। ਸੋ ਫਰੋਮ ਫਸਟ ਐਂਡ ਟੂ ਆਪਣੇ ਕੋਲ ਆ ਜਾਊਗਾ ਫਾਈਨਲ ਦੇ ਵਿੱਚ AO ਆ ਵਾਲਾ AO and upon BO and CO ਲਿਖ ਲਓ ਜਾਂ OC ਲਿਖ ਲਓ, CO upon DO ਲਿਖ ਲਓ ਜਾਂ OD ਲਿਖ ਲਓ, ਇੱਕੋ ਹੀ ਗੱਲ ਹੈ। ਸੋ ਇਹੀ ਜਿਹੜਾ ਹੈਗਾ ਅਸੀਂ ਇੱਥੇ ਪ੍ਰੂਫ ਕਰਨਾ। ਨੈਕਸਟ ਜਿਹੜਾ ਆਪਣੇ ਕੋਲ ਟੇਬਲ ਦਿੱਤਾ ਹੋਇਆ ਤੁਹਾਨੂੰ ਇਹਦੇ ਵਿੱਚ ਕੀ ਕਰਨਾ ਸੀ ਮਡੇਨ ਪਤਾ ਕਰਨਾ। ਇੱਥੇ ਇਹਦਾ ਟੇਬਲ ਬਣਾ ਲੈਣੇ ਆਪਾਂ 1 ਤੋਂ 4 4 to 7 7 to 10 10 to 13 13 to 16 16 to 29। ਦੈਨ ਕਾਲਮ ਬਣੂਗਾ ਆਪਣੇ ਕੋਲ ਫ੍ਰੀਕੁਐਂਸੀ ਦਾ, ਉਹ ਦਿੱਤੀ ਹੋਈ ਹੈ ਆਪਣੇ ਕੋਲ 6 30 40 16 4 and 4। ਨੈਕਸਟ ਜਿਹੜਾ ਅਸੀਂ ਕਾਲਮ ਬਣਾਵਾਂਗੇ ਇੱਥੇ CF ਯਾਨੀ ਕਮਿਊਟੇਟਿਵ ਫ੍ਰੀਕੁਐਂਸੀ ਦਾ। ਕਮਿਊਟੇਟਿਵ ਫ੍ਰੀਕੁਐਂਸੀ ਕੱਢਣ ਲਈ ਕੀ ਕਰਾਂਗੇ, ਪਹਿਲਾਂ ਇੱਥੇ ਜੋ ਪਹਿਲਾਂ ਲਿਖਿਆ ਫਸਟ ਦੇ ਵਿੱਚ 6 ਉਦਾਂ ਹੀ ਲਿਖ ਲਾਂਗੇ। ਦੈਨ ਅਸੀਂ ਪਲੱਸ ਕਰਦੇ ਜਾਵਾਂਗੇ 6 ਪਲੱਸ ਇਹ 30 ਜਿਹੜਾ ਇਹ ਪਲੱਸ ਕਰ ਦਾਂਗੇ, ਆਨਸਰ ਆ ਜਾਊਗਾ ਇਹਦਾ 36। ਫਿਰ ਇਸ 40 ਦੇ ਵਿੱਚ ਜਿਹੜਾ ਆਨਸਰ ਆਇਆ 36 ਉਹ ਪਲੱਸ ਕਰ ਦਾਂਗੇ 76। ਫਿਰ ਅਸੀਂ ਪਲੱਸ ਕਰਾਂਗੇ ਇਹਦੇ ਵਿੱਚ 16, ਆਨਸਰ ਆ ਜਾਊਗਾ ਆਪਣੇ ਕੋਲ 92। ਫਿਰ ਪਲੱਸ ਕਰਾਂਗੇ 4, ਆਨਸਰ ਆ ਜਾਊਗਾ 96। ਫਿਰ ਪਲੱਸ ਕਰਾਂਗੇ ਅਸੀਂ 4 ਪਲੱਸ 96, ਆਨਸਰ ਆ ਜਾਊਗਾ ਸਾਡੇ ਕੋਲ 100। ਦੈਨ ਅਸੀਂ ਲਗਾਵਾਂਗੇ n upon 2। ਪਹਿਲਾਂ ਸਭ ਤੋਂ ਪਹਿਲਾਂ n upon 2 ਲਿਖਾਂਗੇ 100 upon 2 ਯਾਨੀ ਇਹ ਜਿਹੜਾ ਨੰਬਰ ਆਇਆ ਸੀ ਇਹਦੇ ਨੀਚੇ ਆਪਾਂ 2 ਲਗਾ ਦੇਣਾ, ਡਿਵਾਈਡ ਕਰ ਦੇਣਾ, ਆਨਸਰ ਆ ਗਿਆ ਆਪਣੇ ਕੋਲ 50। ਸੋ ਇਹਦੇ ਵਿੱਚ ਅਸੀਂ ਦੇਖਾਂਗੇ ਅਸੀਂ ਮਿਡੇਨ ਕਲਾਸ। ਮਿਡੇਨ ਕਲਾਸ ਕਿਵੇਂ ਦੇਖਾਂਗੇ, ਜੋ ਸਾਡੇ ਕੋਲ ਦੇਖੋ ਇੱਥੇ ਆਨਸਰ ਆਊਗਾ 50। ਇਹ ਤੋਂ ਜਿਹੜਾ ਆਪਾਂ ਜਸਟ ਬਿਗਰ ਦੇਖਣਾ ਆਪਾਂ ਟੇਬਲ ਦੇ ਵਿੱਚ 50 ਤੋਂ ਜਸਟ ਬਿਗਰ ਉੱਪਰ ਕੌਣ ਹੈ 76। ਸੋ ਇਹੀ ਜਿਹੜੀ ਸਾਡੀ ਆ ਫਿਰ ਇਹ ਮਿਡੇਨ ਕਲਾਸ ਬਣ ਜੂਗੀ ਸਾਰੀ। ਜਿਹਦੇ ਮਿਡੇਨ ਕਲਾਸ ਲਿਖ ਦਾਂਗੇ ਆਪਾਂ 7 ਤੋਂ ਲੈ ਕੇ 10 ਤੱਕ। ਇਹ ਚ ਲੋਅਰ ਲਿਮਿਟ ਜਿਹੜੀ ਆ ਆਪਣੇ ਕੋਲ 7। H ਮੀਨਸ ਅੱਗੇ ਲਿਖਾਂਗੇ ਅਸੀਂ ਕਲਾਸ ਸਾਈਜ਼। ਕਲਾਸ ਸਾਈਜ਼ ਮੀਨ ਕੀ ਆ, ਇਹ ਜਿਹੜੇ ਦਿੱਤੇ ਹੋਏ ਨੇ ਆਪਣੇ ਕੋਲ ਇਹ ਡਿਜਿਟ, ਇਹਨਾਂ ਵਿੱਚ ਡਿਫਰੈਂਸ ਕੀ ਆ, ਡਿਫਰੈਂਸ ਹੈਗਾ ਆਪਣੇ ਕੋਲ 3 ਦਾ। F ਮੀਨਸ ਫ੍ਰੀਕੁਐਂਸੀ। ਫ੍ਰੀਕੁਐਂਸੀ ਜਿਹੜੀ ਹੋਈ ਮਿਡੇਨ ਕਲਾਸ ਵਾਲੀ ਦੇਖਣੀ ਆ, ਆਨਸਰ ਆਊਗਾ ਸਾਡੇ ਕੋਲ ਇੱਥੇ 40। ਫਿਰ ਕਮਿਊਟੇਟਿਵ ਫ੍ਰੀਕੁਐਂਸੀ। ਕਮਿਊਟੇਟਿਵ ਫ੍ਰੀਕੁਐਂਸੀ ਕੀ ਦੇਖਣੀ ਆਪਾਂ, ਜਿਹੜੀ ਤੁਸੀਂ ਮਿਡੇਨ ਕਲਾਸ ਚੂਜ਼ ਕਰੀ ਹੋਊਗੀ ਇਹਦੇ ਤੋਂ ਜਸਟ ਜਿਹੜੀ ਉੱਪਰ ਵਾਲੀ ਹੈ ਉਹ ਅਸੀਂ ਮੰਨਾਂਗੇ 36 ਕਮਿਊਟੇਟਿਵ ਫ੍ਰੀਕੁਐਂਸੀ। ਫਿਰ ਇੱਥੇ ਫਾਰਮੂਲਾ ਲਗਾਵਾਂਗੇ ਮਿਡੇਨ ਦਾ, ਉਹ ਹੁੰਦਾ ਆਪਣੇ ਕੋਲ L plus n upon 2 minus CF upon F multiply 4। ਫਿਰ ਇੱਥੇ ਵੈਲਿਊ ਪੁੱਟ ਕਰ ਦਾਂਗੇ 7 plus n upon 2 ਦੀ ਜਿਹੜੀ ਵੈਲਿਊ ਆਪਣੇ ਕੋਲ ਆਈ ਸੀਗੀ ਇੱਥੇ 50, ਉਹ ਇੱਥੇ ਪੁੱਟ ਕਰ ਦਾਂਗੇ minus 36 upon 40 multiply 3। then 7 plus 14 upon 40 multiply 3। then 7 plus 43 ਦਾ 42 upon 40। ਚਾਹੋ ਤਾਂ ਤੁਸੀਂ ਇੱਥੇ ਇਹਨੂੰ ਐਲਸੀਐਮ ਲੈ ਕੇ ਵੀ ਕਰ ਸਕਦੇ ਹੋ, ਜਾਂ ਫਿਰ ਇੱਕ ਤਰੀਕਾ ਕੀ ਆ, ਇਹਨੂੰ ਤੁਸੀਂ ਡਿਵਾਈਡ ਕਰ ਲਓ, 42 ਨੂੰ ਅੰਦਰ ਰੱਖੋ 40 ਬਾਹਰ ਰੱਖੋ। 41 ਦਾ 42 ਇੱਥੇ ਲੱਗ ਗਿਆ ਪੁਆਇੰਟ, ਇੱਥੇ ਲੱਗ ਗਈ 0। ਫਿਰ 40 ਦੇ ਟੇਬਲ 'ਚ 20 ਨਹੀਂ ਆਉਂਦਾ, ਫਿਰ ਉੱਪਰ 0 ਲਗਾਓ, ਇੱਥੇ 0 ਲਗਾਓ। then 45 ਦਾ
200 तो ਇੱਥੇ ਲਿਖਾਂਗੇ ਅਸੀਂ 7 plus 1.05 ਪਲੱਸ ਕਰਕੇ ਆਨਸਰ ਆ ਜਾਊਗਾ ਆਪਣੇ ਕੋਲ 8.05। ਦੈਨ ਫਾਈਨਲ ਦੇ ਵਿੱਚ ਆਪਣੇ ਕੁਐਸਚਨ ਆਏਗਾ ਆਪਣੇ ਕੋਲ ਮੋਡ ਪਤਾ ਕਰਨਾ ਸੀ। ਮੋਡ ਪਤਾ ਕਰਨ ਲਈ ਕੀ ਚਾਹੀਦਾ ਸਾਨੂੰ ਪਹਿਲਾਂ ਮਾਡਲ ਕਲਾਸ ਚਾਹੀਦੀ ਹੁੰਦੀ ਹੈ। ਮਾਡਲ ਕਲਾਸ ਕਿਵੇਂ ਪਤਾ ਲੱਗੂਗੀ ਜਿਹੜੀ ਹਾਈਐਸਟ ਫ੍ਰੀਕੁਐਂਸੀ ਦਿੱਤੀ ਹੈ 61 ਇਹ ਸਾਡੀ ਮਾਡਲ ਕਲਾਸ ਮੰਨਾਂਗੇ ਆਪਾਂ ਇਹਦੇ ਵਿੱਚ। ਸੋ ਇਹ ਬਣ ਜਾਏਗੀ ਸਾਡੇ ਕੋਲ 60 to 80 ਵਾਲੀ ਜਿਹੜੀ ਆ ਇਹ ਮਾਡਲ ਕਲਾਸ ਹੋ ਜਾਊਗੀ। ਦੈਨ ਅਸੀਂ ਲਿਖਾਂਗੇ ਇਹਦੇ ਵਿੱਚ ਲੋਅਰ ਲਿਮਟ 60 ਫਿਰ ਅਸੀਂ ਲਿਖਾਂਗੇ ਫ੍ਰੀਕੁਐਂਸੀ ਹੈਗੀ ਆ 61 ਫਿਰ ਅੱਗੇ ਲਿਖਾਂਗੇ ਅਸੀਂ f0 ਯਾਨੀ ਇੱਥੇ 0 ਪਾਇਆ ਹੁੰਦਾ ਇਹਦਾ ਮਤਲਬ ਹੁੰਦਾ f0 ਇਹਦਾ ਮਤਲਬ ਕੀ ਹੈ ਕਿ ਪ੍ਰੋਸੀਡਿੰਗ ਕਲਾਸ ਪ੍ਰੋਸੀਡਿੰਗ ਮੀਨਸ ਇਸ ਤੋਂ ਇੱਕ ਡਿਜਿਟ ਪਹਿਲਾਂ ਕੀ ਆ 52 ਉਹ ਸਾਡੀ ਬਣ ਜੂਗੀ f0 ਦੀ ਵੈਲਿਊ। ਫਿਰ ਹੋਊਗੀ f2 ਮੀਨਸ ਸਕਸੀਡਿੰਗ ਕਲਾਸ ਮੀਨਸ ਜਿਹੜਾ ਤੁਹਾਡੇ ਕੋਲ 61 ਤੋਂ ਨੈਕਸਟ ਕੀ ਆ ਰਿਹਾ 32। ਫਿਰ ਇੱਥੇ ਲਗਾਵਾਂਗੇ ਅਸੀਂ ਮੋਡ ਦਾ ਫਾਰਮੂਲਾ L plus F1 minus F0 upon 2F1 minus F0 minus F2 multiply H। ਇੱਥੇ ਵੈਲਿਊ ਪੁੱਟ ਕਰ ਦਾਂਗੇ। ਲੋਅਰ ਦੀ ਹੈਗੀ ਆਪਣੇ ਕੋਲ 60 plus 61 minus 52 upon 2 ब्रैकेट 61 minus 52 फिर minus 38 बाहर H ਦੀ ਵੈਲਿਊ ਹੈਗੀ ਆਪਣੇ ਕੋਲ 20 then 60 plus 9.122 minus 90 बाहर 20 then 60 plus 9.32 multiply 20 कटिंग कर देंगे इनू 4 5 ਦਾ 4 8 ਦਾ। नेक्स्ट आ जाऊगा अपने को 60 plus 45.8 ਇਹਨੂੰ ਸੇਮ ਹੋਏ ਤਰੀਕੇ ਨਾਲ ਡਿਵਾਈਡ ਕਰ ਦਾਂਗੇ। ਫਿਰ 8 5 ਦਾ 45 8 ਦੇ 5 ਨਹੀਂ ਆਉਂਦਾ ਉੱਪਰ ਲਗਾਓ ਪੁਆਇੰਟ ਇੱਥੇ ਲਗਾਓ 0 8 6 ਦਾ 48 2 फिर 0 8 2 ਦਾ 16 फिर 4 फिर 0 8 5 ਦਾ 40। ਸੋ ਇੱਥੇ ਆਨਸਰ ਆ ਜਾਊਗਾ ਆਪਣੇ ਕੋਲ 60 plus 5.625 ਪਲੱਸ ਕਰਕੇ ਆਨਸਰ ਆ ਜਾਊਗਾ ਆਪਣੇ ਕੋਲ 65.625। ਸੋ ਇਹ ਹੋ ਗਿਆ ਸਾਡੇ ਕੋਲ ਫਾਈਨਲ ਆਨਸਰ। ਸੋ ਇਹ ਸੀ ਜੀ ਸਾਡੇ ਕੋਲ 10th ਕਲਾਸ ਦੇ ਇੰਪੋਰਟੈਂਟ ਸੈਂਪਲ ਪੇਪਰ। ਸੋ ਇਸੇ ਤਰੀਕੇ ਨਾਲ ਅਸੀਂ ਟਾਈਮ ਟੂ ਟਾਈਮ ਜਿਹੜੇ ਹੈਗੇ ਤੁਹਾਡੇ 10th ਕਲਾਸ ਦੇ ਇੰਪੋਰਟੈਂਟ ਜਿਹੜੇ ਸੈਂਪਲ ਪੇਪਰ ਦੀ ਜਾਂ ਇੰਪੋਰਟੈਂਟ ਕੁਐਸਚਨ ਦੀ ਜਿਹੜੀ ਵੀਡੀਓ ਅਸੀਂ ਪਾਉਂਦੇ ਰਵਾਂਗੇ। ਸੋ ਜਲਦੀ ਮਿਲਾਂਗੇ ਫਿਰ ਨੈਕਸਟ ਵੀਡੀਓ ਦੇ ਵਿੱਚ ਨਵੇਂ ਸੈਂਪਲ ਪੇਪਰ ਦੇ ਨਾਲ। ਜੁੜੇ ਰਹੋ ਜੀ ਫਿਰ ਜਸਟ ਦੇ ਨਾਲ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।